ਸੰਗਤ ਜੀ, ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਭਾਈ ਬਾਲੀ ਜੀ ਵਾਲੀ ਜਨਮ ਸਾਖੀ ਜੋ ਹੈ ਉਸ ਦਾ ਇੱਕ ਆਪਣਾ ਵਿਸ਼ੇਸ਼ ਸਥਾਨ ਹੈ। ਜੇ ਆਪਾਂ ਕਹਿ ਦਈਏ ਕਿ ਇਤਿਹਾਸ ਦਾ ਮੂਲ ਸਰੋਤ ਜਾਂ ਮੂਲ ਰੂਪ ਜਨਮ ਸਾਖੀ ਹੈ ਤਾਂ ਇਸ ਵਿੱਚ ਕੋਈ ਅਤਕਥਨੀ ਨਹੀਂ ਹੋਏਗੀ। ਤੇ ਜਿਹੜੀ ਇੱਕ ਵਿਸ਼ੇਸ਼ ਖਾਸੀਅਤ ਹੈ ਜਨਮ ਸਾਖੀ ਦੇ ਵਿੱਚ ਉਹ ਇਹ ਹੈ ਕਿ ਇਹ ਉਸ ਵਕਤ ਦੀ ਬੋਲੀ ਨੂੰ ਇੱਕ ਸੰਭਾਲ ਕੇ ਰੱਖਿਆ ਹੋਇਆ ਸਾਡਾ ਸਰੋਤ ਹੈ। ਇਸ ਨੂੰ ਜਦ ਆਪਾਂ ਪੜ੍ਹਦੇ ਹਾਂ ਤੇ ਇੱਕ ਵੱਖਰਾ ਹੀ ਨਜ਼ਾਰਾ ਜਿਹੜਾ ਸਾਨੂੰ ਮਹਿਸੂਸ ਹੁੰਦਾ ਹੈ ਤੇ ਇੱਕ ਬੜੀ ਹੀ ਵਿਲੱਖਣ ਜਿਹੀ ਖਿੱਚ ਸਾਨੂੰ ਮਹਿਸੂਸ ਹੁੰਦੀ ਹੈ। ਸੋ ਮਨ ਦੇ ਵਿੱਚ ਆਇਆ ਕਿ ਇੱਕ ਸਾਖੀ ਇਸ ਜਨਮ ਸਾਖੀ ਦੇ ਵਿੱਚੋਂ ਪੜ੍ਹ ਕੇ ਆਪ ਜੀ ਦੇ ਨਾਲ ਸਾਂਝੀ ਕੀਤੀ ਜਾਏ ਤਾਂ ਕਿ ਆਪਾਂ ਨੂੰ ਬਿਲਕੁਲ ਉਹ ਵੇਲਾ ਜਿਹੜਾ ਸਾਡੀਆਂ ਜ਼ਿਹਨ ਦੇ ਵਿੱਚ ਉਵੇਂ ਹੀ ਉਕਰਿਆ ਜਾਏ। ਸੋ ਸੰਗਤ ਜੀ, ਆਓ ਪਿਆਰ ਦੇ ਨਾਲ ਪਹਿਲਾਂ ਫਤਿਹ ਅਰਜ਼ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਅੱਜ ਇੱਕ ਸਾਖੀ ਜਿਹੜੀ ਆਪਾਂ ਵੈਸੇ ਤਾਂ ਕਈ ਵਾਰੀ ਸੁਣੀ ਹੋਏਗੀ, ਪਰ ਅੱਜ ਇਸ ਰੂਪ ਦੇ ਵਿੱਚ ਜਦ ਆਪ ਜੀ ਸਰਵਣ ਕਰੋਗੇ ਤੇ ਮੈਂ ਮਹਿਸੂਸ ਕਰਦਾ ਕਿ ਆਪ ਜੀ ਵੀ ਬੜੇ ਆਨੰਦ ਵਿੱਚ ਆਓਗੇ ਤੇ ਇਤਿਹਾਸ ਨੂੰ ਬੜੇ ਨੇੜਿਓਂ ਤੱਕਣ ਦਾ ਇੱਕ ਵੱਖਰਾ ਹੀ ਨਜ਼ਾਰਾ ਹੋਏਗਾ। ਸੋ ਆਪ ਜੀ ਦੇ ਨਾਲ ਜੋ ਸਾਖੀ ਹੈ, ਸਾਖੀ ਸਾਧਾ ਨਾਲ ਖਰੇ ਸੌਦੇ ਦੀ ਚੱਲੀ। ਸੋ ਇਹਨਾਂ ਦੇ ਜਿਹੜੇ ਟਾਈਟਲ ਨੇ ਉਹ ਵੀ ਵੱਖਰੇ ਨੇ। ਸੋ ਇਹ ਜਨਮ ਸਾਖੀ ਜਿਹੜੀ ਹੈ ਇਹ ਆਪਾਂ ਇਸ ਵਕਤ ਪੜ੍ਹਨ ਜਾ ਰਹੇ ਹਾਂ। ਭਾਈ ਚਤਰ ਸਿੰਘ ਜੀਵਨ ਸਿੰਘ ਹੋਰਾਂ ਨੇ ਇਹ ਛਾਪੀ ਹੋਈ ਹੈ। ਉਹਦੇ ਵਿੱਚੋਂ ਆਪਾਂ ਅੱਜ ਇੱਕ ਸਾਖੀ ਜਿਹੜੀ ਹੈ ਲੜੀਵਾਰ ਦੇਖੀਏ ਤੇ 11ਵੀਂ ਸਾਖੀ ਹੈ ਜਿਹੜੀ ਅੱਜ ਆਪਾਂ ਪੜ੍ਹਨ ਜਾ ਰਹੇ ਹਾਂ। ਸੰਗਤ ਜੀ, ਆਓ ਪਿਆਰ ਨਾਲ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦੇ ਨਾਲ ਜੁੜਦੇ ਹਾਂ ਜੀ। एक दिन बाबा नानक जी अपने घर में बैठे थे मस्ताने तौर पर। तब मेहता कालू बाहरों आया। आकर देखे नानक जी अपनी चाल छड्डी नहीं। मेहता कालू देखकर बड़ा रंज होया अते आखियोस, हे पुत्र, तेरा धोखा मैनू खाए गया है, तू समझदा नहीं। तां नानक आख्या, हे पिता जी, हुण सानू बख्शो जी, ਅੱਗੇ ਜੋ ਤੁਸੀਂ ਮੈਨੂੰ ਆਖੋਗੇ ਮੈਂ ਉਹੀ ਕਰਾਂਗਾ। ਤਾਂ ਕਾਲੂ ਆਖਿਆ, ਤੂੰ ਕੁਝ ਵੰਜ ਕਰਿਆ ਕਰ। ਬਾਬੇ ਜੀ ਕਿਹਾ, ਭਲਾ ਪਿਤਾ ਜੀ। ਤਾਂ ਕਾਲੂ ਕਹਿਆ, ਨਾਨਕ ਜੀ, ਤੂੰ 20 ਰੁਪਈਏ ਲੈ ਜਾਓ ਤੇ ਕੋਈ ਖਰਾ ਸੌਦਾ ਖਰੀਦ ਕੇ ਲੈ ਆਓ। ਜੇ ਇੱਕ ਵਾਰ ਖਰਾ ਸੌਦਾ ਕਰਾਵੇਂਗਾ ਤਾਂ ਫਿਰ ਮੈਂ ਤੈਨੂੰ ਬਹੁਤ ਰੁਪਏ ਦੇਵਾਂਗਾ। ਤਾਂ ਫਿਰ ਨਾਨਕ ਜੀ ਨੇ ਕਹਿਆ, ਭਲਾ ਪਿਤਾ ਜੀ, ਤੁਸੀਂ ਆਪ ਦੇਖੋਗੇ ਜੋ ਮੈਂ ਕੈਸਾ ਸੌਦਾ ਕਰਾਂਗਾ। ਤਾਂ ਗੁਰੂ ਨਾਨਕ ਜੀ ਨੂੰ 20 ਰੁਪਏ ਦਿੱਤੇ। ਭਾਈ ਬਾਲੇ ਨੂੰ ਬੁਲਾਏ ਕਰ ਕਿਹਾ, ਸੁਣ ਬਾਲਾ, ਤੂੰ ਸਿਆਣਾ ਹੈ, ਤੂੰ ਨਾਨਕ ਜੀ ਦੇ ਸੰਗ ਜਾ। ਜਿਵੇਂ ਵਣਜ ਕਰਨਾ ਸਿੱਖੇ ਤੂੰ ਇਸ ਦਾ ਸੰਗੀ ਹੈ। ਤਾਂ ਫਿਰ ਨਫਰ ਭਾਈ ਬਾਲੇ ਨੇ ਗੁਰੂ ਨਾਨਕ ਦੇਵ ਜੀ ਦੇ ਬਸਤਰ ਵੀ ਉਠਾਈ ਲਿੱਤੇ ਅਤੇ ਰੁਪਏ ਵੀ ਲੈ ਲਏ। ਬਾਬੇ ਨਾਨਕ ਜੀ ਦੇ ਸੰਗ ਚੱਲਿਆ। ਮਹਿਤਾ ਕਾਲੂ ਨਗਰ ਦੇ ਬਾਹਰ ਕਿਤਨੀ ਕੁ ਦੂਰ ਤੱਕ ਸਿੱਖਿਆ ਦਿੰਦਾ ਨਾਲ ਟੁਰਿਆ ਗਿਆ। ਕਹੇ, ਪੁੱਤਰ ਨਾਨਕ, ਮੇਰੇ ਜੀਂਦੇ ਜੀ ਤੂੰ ਸਭੋ ਕੰਮਕਾਰ ਸੰਭਾਲ ਲਵੇਂ ਤਾਂ ਮੇਰਾ ਜੀਓ ਬਹੁਤ ਠੰਡਾ ਹੋਵੇ। ਤੇਰੇ ਜੰਮਿਆਂ ਤੇ ਮੈਨੂੰ ਇਹ ਭਰੋਸਾ ਹੋਇਆ ਸੀ, ਜੋ ਜੈਸਾ ਮੈਂ ਪਦਾਰਥ ਕਮਾਉਂਦਾ ਹਾਂ ਮੇਰੇ ਥੀ ਇਹ ਬਹੁਤ ਕਮਾਵੇਗਾ, ਮੇਰਾ ਜਸ ਹੋਵੇਗਾ। ਸੋ ਤੂੰ ਵਣਜ ਕਰਨਾ ਸਿੱਖੇਗਾ, ਖੱਤਰੀਆਂ ਵਾਲੀ ਚਾਲੀ ਤੂੰ ਕਰੇਗਾ, ਬਹੁਤ ਸਾਰਾ ਪਦਾਰਥ ਖੱਟ ਕਰ ਘਰ ਲਿਆਵੇਂਗਾ ਤਾਂ ਮੇਰਾ ਜੀਓ ਠੰਡਾ ਹੋਵੇਗਾ। ਸੋ ਖਰਾ ਸੌਦਾ ਕਰੀ। ਸੋ ਸੰਗਤ ਜੀ, ਕਿੰਨੀ ਪਿਆਰੀ ਬੋਲੀ ਹੈ। ਇੱਕਦਮ ਚਿੱਤ ਨੂੰ ਇੱਕ ਠੰਡ ਜਿਹੀ ਵੀ ਪਾਈ ਜਾ ਰਹੀ ਹੈ ਤੇ ਉਸ ਵੇਲੇ ਦਾ ਸਾਰਾ ਵਾਤਾਵਰਨ ਜਿਹੜਾ ਉਹ ਵੀ ਨਾਲ ਚਿਤਰਿਆ ਹੋਇਆ। ਸੋ ਇਹ ਭਾਈ ਬਾਲੀ ਜੀ ਵਾਲੀ ਸਾਖੀ ਜਿਹਦਾ ਅਸੀਂ ਇਸ ਵਕਤ ਜਿਸ ਤੋਂ ਇਤਿਹਾਸ ਸਾਖੀ ਸਰਵਣ ਕਰਦੇ ਪਏ ਹਾਂ। ਐਸੀ ਸਿੱਖਿਆ ਦੇकर ਕਾਲੂ ਪਛਾਂ ਮੁੜਿਆ। ਬਾਬਾ ਨਾਨਕ ਜੀ ਅਤੇ ਭਾਈ ਬਾਲਾ ਜੀ ਸਿਧਾਰੇ। ਕਾਲੂ ਬਹੁਤ ਮੋਹ ਕਰਕੇ ਪਛਾਂ ਪਰਤ ਕੇ ਦੇਖਦਾ ਹੈ ਤੇ ਘਰ ਨੂੰ ਆਇਆ। ਬਾਲੇ ਨੂੰ ਗੁਰੂ ਨਾਨਕ ਜੀ ਵਾਰਤਾ ਸੁਣਾਉਂਦੇ ਭਗਤੀ ਵੈਰਾਗ ਗਿਆਨ ਦੇ ਨਾਲ ਮਿਲੀਆਂ ਹੋਈਆਂ ਸਨੇ ਸਨੇ ਚਲੇ ਜਾਂਦੇ ਹਨ।
12 ਕੋਸ ਪੰਧ ਗਏ ਤਾਂ ਇੱਕ ਬਨ ਹੈ, ਉੱਥੇ ਸੰਤ ਮੰਡਲੀ ਬੈਠੀ ਹੈ, ਤਪਸਵੀ ਤਪ ਕਰਦੇ ਹਨ। ਕੋਈ ਖੜੀਆਂ ਬਾਹਾਂ ਕਰਕੇ ਬੈਠੇ ਹੋਏ ਹਨ ਤੇ ਕੋਈ ਸੰਤ ਖੜੇ ਹੋਏ ਹਨ। ਕੋਈ ਪਦਮਾਸਨ ਲਈ ਬੈਠੇ ਹਨ, ਕੋਈ ਧੂਣੀਆਂ ਤਪਦੇ ਹਨ, ਕੋਈ ਸਿਦਾਸਨ ਕਰ ਬੈਠੇ ਹੋਏ ਹਨ। ਕਈ ਏਕ ਕਪੀਨ ਪਹਿਰੇ ਹੋਏ ਹੋਰ ਕੱਪੜਾ ਤਿਆਗ ਬੈਠੇ ਹਨ। ਦਿਗੰਬਰ ਇੱਕ ਜਲ ਵਿੱਚ ਬੈਠੇ ਹਨ, ਇੱਕ ਪੁਸਤਕ ਪੜ੍ਹਦੇ ਹਨ, ਇੱਕ ਮੌਨ ਧਾਰੀ ਬੈਠੇ ਹੋਏ ਹਨ, ਜਿਨ੍ਹਾਂ ਨੂੰ ਪਰਲੋਕ ਦੇ ਸੁੱਖਾਂ ਦੀ ਚਾਹ ਹੈ। ਇਸ ਸੁੱਖ ਤਿਆਗ ਕੇ ਕਿਨਾਰਾ ਕਰ ਇਕੰਤਕ ਬੈਠੇ ਹੋਏ ਹਨ। ਸੋ ਇਹ ਸੰਗਤ ਜੀ, ਅਸੀਂ ਇਹ ਤਾਂ ਅਕਸਰ ਸੁਣਦੇ ਹਾਂ ਕਿ ਭੁੱਖੇ ਸਾਧੂਆਂ ਨੂੰ ਭੋਜਨ ਛਕਾਇਆ, ਪਰ ਭੁੱਖੇ ਸਾਧੂ ਕਿੱਦਾਂ ਦੇ ਸਨ, ਕੀ ਕਰ ਰਹੇ ਸਨ, ਉਹਨਾਂ ਦੀ ਕੀ ਸੋਚ ਸੀ, ਇਹ ਸਾਰਾ ਕੁਝ ਸਾਨੂੰ ਇੱਥੋਂ ਪ੍ਰਾਪਤ ਹੋ ਰਿਹਾ। ਵੀ ਕੋਈ ਕਿਸੇ ਢੰਗ ਨਾਲ ਬੈਠਾ ਸੀ, ਕੋਈ ਮੌਨ ਧਾਰੀ ਸੀ, ਕੋਈ ਧੂਣੀਆਂ ਤਪਾ ਕੇ ਬੈਠਾ ਸੀ, ਕੋਈ ਪਦਮ ਆਸਨ ਸੀ, ਕੋਈ ਕਿਸੇ ਆਸਨ 'ਚ, ਕੋਈ ਕਿਸ ਢੰਗ ਦਾ। ਸੋ ਸੰਤ ਸਮੂਹ ਅਨੇਕ ਮਤੀ ਕੇ ਜਿਹੜਾ ਉਹ ਸਾਨੂੰ ਇੱਥੇ ਦਰਸ਼ਨ ਹੋ ਰਹੇ ਨੇ ਇਸ ਸਾਖੀ ਦੇ ਰਾਹੀਂ। ਇੱਕ ਪੁਸਤਕ ਪੜ੍ਹਦੇ ਹਨ, ਇੱਕ ਮੌਨ ਧਾਰੀ ਬੈਠੇ ਹੋਏ ਹਨ, ਜਿਨ੍ਹਾਂ ਨੂੰ ਪਰਲੋਕ ਦੇ ਸੁੱਖਾਂ ਦੀ ਚਾਹ ਹੈ। ਇਸ ਸੁੱਖ ਤਿਆਗ ਕੇ ਕਿਨਾਰਾ ਕਰ ਇਕੰਤਕ ਬੈਠੇ ਹੋਏ ਹਨ। ਸਰਬ ਸੰਤ ਮੰਡਲੀ ਵਿੱਚ ਇੱਕ ਮਹੰਤ ਜੀ ਬੈਠੇ ਹਨ, ਮ੍ਰਿਗਸ਼ਾਲਾ ਜਿਨ੍ਹਾਂ ਦੇ ਹੇਠ ਬ੍ਰਿਛੀ ਹੈ। बृछ की त्वचा जिन्ना के कोपीन है, सिर पर जड़ाओं का मुकुट है और हृदय में जिनके जगदीश का ध्यान है। कितना सोहना वर्णन है संगत जी कि उन्होंने कोई बहुते बस्तर नहीं पाए, पत्तियां दा नाल अपना जो है टक्या होया शरीर नूं, जो नगेज टक्या ते दिल दे विच रब दा ध्यान, जगदीश दा ध्यान है, ते सिर ते जड़ावां दा एक मुकुट बनिया होया। कितना सोहना वर्णन है, कितना प्यार है इस साखीकार दी इस भाषा दे विच। एक साधु पास पुस्तक पढ़ रहा है, एक संत सभा नूं देखकर बाबा नानक जी खड़े होए, कर देखण लगे। हर भाई बाले प्रति बाबा नानक जी कहा, हे बाला, इस खरे सौदे नालों होर कोई सौदा चंगा नहीं, इस अमोल सौदे नूं नहीं छड़ सकदा। पिता जी दी आग्या भी खरे सौदे दी ही है, सो इस तो चंगा बनज होर कौन है। ये रुपये इनको चढ़ाते हैं, सो भोजन बस्तर करके ये खुशी होवेंगे। ये बचन बाबे नानक दे सुन के बाले आख्या, महाराज मैथे कालू दा डर है, उसने वंज करन वास्ते तुहानू रुपए दिते हन अते सुभाਅ दा भी कठोर है। सो तुसी जानो मैं आप दा अनुसारी हाँ, जो तुसी मेरे कालू नाल समझ लेना, मेरे नाल कोई झगड़ा झगड़े, मैं आप दा अनुसारी हाँ। आप अगे भी ते हुण भी जिस तरह आग्या देंदे हो मैं उसी तरह करांगा। इतना कह 20 रुपए भाई बाले ने गुरु नानक जी के हाथ दिते। 100 रुपए लेकर गुरु जी संतां के पास जाए बैठे और कोमल बाणी से पहले नमस्कार करिए। करना निधान गुरु नानक जी ने पूछा, संत जी आप बस्तर नहीं पहनते, हाथ नहीं आंदा कि पहनते ही नहीं। देखो कितनी कितनी मीठी बोली है। संत जी आप बस्तर नहीं पहनते, हाथ नहीं आंदा कि पहनते ही नहीं। रात दिन धुप पाला सर्दी गर्मी सहारते हो, बरखा पड़ती दिगंबर ही रहते हो। आपदा शरीर दिव्य ज्योत है, पसम लगाए रखी है। इतना सुनकर संत ने कहा, हे भाई हम निर्वाण साध हैं, बस्तर का संयम ही रखना चाहिए है। और तेनू क्या प्रयोजन है पूछने का। ता बाले कहा, नानक जी तू चल के सौदा खरीद जो कुछ कालू ने कहा है। ता नानक जी आख्या, बाला मैनू पिता ने खरा सौदा खरीदन लई आख्या है। बाला तू भी मसलत खरे सौदे खरीदन दी दे, मैं खरा सौदा करा। ता बाले कहा, मैं क्या आखता हाँ, तू पुत्र है वो पिता है। तो फिर नानक जी ने आख्या, संत जी तुम बस्तर नहीं पहनते तो भोजन भी नहीं करते होवोगे।
ਤਾਂ फिर महंत ने कहा, अरे बालके, जो परमेश्वर भेजता है सो हम खाए लेते हैं। हम तो उदासी हैं, इस वास्ते हम उद्यान में रहते हैं, बस्ती में नहीं बसते। और गुरु नानक ने कहा कि आपका नाम क्या है? संत ने कहा, नाम हमारा संत रेन है। सुनकर नानक जी बड़े प्रसन्न हुए और कहे ने, बाला, ये खरा सौदा मैं नहीं छड़ सकता। ये खरा सौदा है, इसमें खोट नहीं वादा ही है, इसमें तोट नहीं वादा ही है। ਤਾਂ ਬਾਲੇ ਕਹਿਆ, ਨਾਨਕ ਜੀ ਤੁਸੀਂ ਜਾਣੋ ਅਤੇ ਕਾਲੂ ਜਾਣੇ, ਅਤੇ ਮੈਂ ਨਹੀਂ ਜਾਣਾ ਇਹ ਖਰਾ ਸੌਦਾ ਹੈ ਜਾਂ ਖੋਟਾ ਹੈ। ਗੁਰੂ ਨਾਨਕ ਜੀ 20 ਰੁਪਏ महंत दे आगे रखे। ता महंत आख्या, अरे बालके, 20 रुपए हमारे किसी काम के नहीं, तुझको बाप ने व्यापार के लिए दिए हैं, अते तू फकीरों को क्यों देता है? तेरी अवस्था छोटी है, तेरा व्यवहार पिता के अधीन है, सो बाप ने तेरे को किसी काम के वास्ते भेजा है, तू रुपए फकीरां नूं दिंदा है। देखो किन्ने संतोखी ने। ਹੁਣ ਇਹ ਗੱਲਾਂ ਆਮ ਆਪਾਂ ਨੂੰ ਸਰਵਣ ਕਰਨ ਨੂੰ ਨਹੀਂ ਮਿਲਦੀਆਂ ਸੰਗਤ ਜੀ। ਉਹਨਾਂ ਦੀ ਕੀ ਅਵਸਥਾ ਸੀ, ਵੇਖੋ ਭੁੱਖਣ ਭਾਣੇ ਬੈਠੇ ਹੋਏ ਨੇ। ਅੱਗੇ ਸਾਨੂੰ ਇਹਦੇ ਚੋਂ ਪਤਾ ਲੱਗਦਾ ਕਿ 7 ਦਿਨਾਂ ਦੇ ਭੁੱਖੇ ਸਨ, ਪਰ ਵੇਖ ਸੰਤੋਖ ਕਿੰਨਾ। ਇਹ ਨਹੀਂ ਕਹਿ ਰਹੇ ਵੀ ਲਿਆ ਫਟਾਫਟ ਦੇ 20 ਰੁਪਏ। ਉਸ ਵੇਲੇ ਦੇ 20 ਰੁਪਏ ਅੱਜ ਦੇ ਮੈਂ ਸਮਝਦਾ 20 ਕਰੋੜ ਦੇ ਬਰਾਬਰ ਹੋ ਸਕਦਾ ਹੋਣਗੇ, ਪਰ ਉਹਨਾਂ ਦਾ ਸੰਤੋਖ ਕਿੰਨਾ ਹੈ। ਉਹ ਇਹ ਨਹੀਂ ਕਹਿ ਰਹੇ ਕਿ ਲਿਆ ਜਲਦੀ ਲਿਆ, ਏਦਾਂ ਕਰ ਉਹ ਕਰ। ਉਹਨੂੰ ਕਹਿ ਰਹੇ ਨੇ ਵੀ ਤੂੰ ਏਦਾਂ ਕਿਉਂ ਕਰ ਰਿਹਾ? ਤੇਰੇ ਪਿਤਾ ਨੇ ਤੈਨੂੰ ਕਿਸੇ ਹੋਰ ਕੰਮ ਵਾਸਤੇ ਪੈਸੇ ਦਿੱਤੇ ਆ, ਤੇਰੀ ਅਜੇ ਉਮਰ ਛੋਟੀ ਹੈ, ਤੂੰ ਪਿਤਾ ਦੇ ਅਧੀਨ ਆ, ਤੇਰਾ ਵਿਵਹਾਰ, ਤੂੰ ਏਦਾਂ ਨਾ ਕਰ। ਇਹ ਸਾਨੂੰ ਇਹ ਗਿਆਨ ਪ੍ਰਾਪਤ ਹੁੰਦਾ ਹੈ ਉਹਨਾਂ ਸਾਧੂਆਂ ਦੇ ਬਾਰੇ ਜਿਨ੍ਹਾਂ ਨੂੰ ਪ੍ਰਸ਼ਾਦਾ ਛਕਾਇਆ। ਨਾਨਕ ਜੀ ਕਹਿਆ, ਸੁਣੋ ਸੰਤ ਜੀ, ਮੈਨੂੰ ਪਿਤਾ ਨੇ ਖਰਾ ਸੌਦਾ ਕਰਨੇ ਭੇਜਿਆ ਹੈ, ਸੋ ਇਹ ਖਰਾ ਸੌਦਾ ਹੈ, ਹੋਰ ਸੌਦੇ ਖੋਟੇ ਹਨ। ਤਾਂ महंत ने कहा, हे लड़के, तेरा नाम क्या है और तू हुंदा कौन है? ਤਾਂ ਨਾਨਕ ਜੀ ਕਿਹਾ, ਮੇਰਾ ਨਾਮ तो ਨਾਨਕ ਨਿਰੰਕਾਰੀ ਹੈ ਅਤੇ ਕਾਲੂ ਖੱਤਰੀ ਦਾ ਪੁੱਤਰ ਹਾਂ। ਤਾਂ महंत ਬੋਲਿਆ, ਅਰੇ ਬਾਲਕ, ਇਹ ਕਿਆ? ਨਾਨਕ ਨਿਰੰਕਾਰੀ ਅਤੇ ਕਾਲੂ ਖੱਤਰੀ ਦਾ ਬੇਟਾ ਕਿਆ? ਤਾਂ ਗੁਰੂ ਨਾਨਕ ਜੀ ਕਿਹਾ, ਇਹ महंत जी, पहले सतयुग विच निरंकार जी की भक्ति करी थी, सो भक्ति सो हमारी पूरी नहीं हुई थी। त्रेते युग में और द्वापर युग में निरंकार जी की भक्ति करी थी, सो संपूर्ण हुई। तब भी हम निरंकार थे, अब भी निरंकार हैं। सो ये गल्लां कित्थों पता लगणगियां सन? ਇਹ ਜਨਮ ਸਾਖੀ ਹੀ ਦੱਸ ਸਕਦੀ ਹੈ। ਉਹਨੇ ਇਹ ਬੋਲ ਆਮ ਪ੍ਰਚਾਰਕ ਜਿਹੜਾ ਉਹ ਬੋਲਣ ਤੋਂ ਸੰਕੋਚ ਕਰ ਜਾਂਦਾ ਹੈ। ਜਦ ਕਿ ਦੂਸਰੇ ਯੁੱਗਾਂ ਦੀ ਗੱਲ ਆਉਂਦੀ ਹੈ ਨਾ, ਕਿ ਉੱਥੇ ਪ੍ਰਚਾਰਕ ਆਮ ਤੌਰ ਤੇ ਸੰਕੋਚ ਕਰ ਜਾਂਦਾ ਕਿ ਇਹ ਗੱਲ ਮੈਂ ਬੋਲਾਂ ਕਿ ਨਾ ਬੋਲਾਂ। ਪਰ ਹੁਣ ਜਨਮ ਸਾਖੀ ਭਾਈ ਬਾਲਾ ਜੀ ਤਾਂ ਬੋਲਦੇ ਪਏ ਹਨ। ਸੋ ਇੱਥੇ ਸੰਗਤ ਜੀ ਕਹਿੰਦੇ ਨੇ ਕਿ ਤਬ ਵੀ ਹਮ ਨਿਰੰਕਾਰ ਥੇ, अब भी निरंकार है। तो महंत ने कहा, अरे बालक, कुछ मांग। गुरु जी ने कहा, मैं क्या मांगू? एक निरंकार ही मांगता हूं। महंत ने कहा, हे बालक, तू तो आप ही निरंकार हो रहा है, हम तुझको क्या दे रहे? पर ये काम कर, ये रुपए हमारे काम नहीं, इनका सीधा तुम जायकर ले आए दे दो। जो यतीत भोजन बनाई कर खावेंगे, तब गुरु नानक जी रुपए लेकर एक नगरी में गए। आटा, चावल, खंड, घ्यो, दुग्ध, बर्तन सब कुछ लेकर संतां के पास ले आकर रख दिए और मत्था टेकिया। सो साधुओं का सत्कार देखो, गुरु नानक साहब ने साधुओं को मत्था टेकिया।
महंत बोलिया, हे नानक जी, तुम आप निरंकार रूप हो, निरंकार ही नानक रूप तारिया है। असा ने अच्छी तरह खोज देखा है। सत व्रत इन्हां अतीतों को बीत गए हैं, 7 दिन भुखिया लंघ गए हैं, ते शांत रूप नानक जी अब तुम जाओ। सो जेड़ा तुसी ये सीधा लियांदा, जेड़ी रसद लियांदी है, ये हुण 7 दिनां तो भुखे साधु जेड़े ने प्रशादा छकणगे ते गुरु नानक साहब जी नूं विदा करदे ने। जेड़े महंत जी ने ना संतरेन उन्हां दा नाम है, वो विदा करदे ने। तां गुरु नानक मत्था टेकिया और बाली को साथ लेकर उठ चले। जब बाबा जी उठ आए तो उस महंत ने एक अतीत ने आके पूछा, जो महंत जी, इस बालके को तुमने उठाए क्यों दिया? उसने तुम्हारी सेवा करनी सी। ता महंत ने कहा, सुनो अतीत जी, वो आप निरंकार था और हमारी खबर के वास्ते आया सी। निरंकार जी ने भेजा था, हम तो अपना सीधा लेना था और सेवा नहीं करवानी थी। उसका तेज हमारे से सहारा नहीं जाता था, इस वास्ते हमने उसको विदा दी है। सो बड़ा गहराई है इन लफ्ज़ां दे विच। वो महंत जी गुरु नानक साहब जी दे बारे की सोचते ने, की विचारते ने, ये सारी वार्ता इत्थे साडे सामने है संगत जी। अते गुरु नानक जी उन्हां साधुओं कोलों उठकर जब 2-3 कोस आए तां गुरु नानक जी बाले नूं पुछण लगे, हे भाई बाला, असीं क्या कीता? तां बाले आख्या, सुन नानक जी, मैं कुछ रुपए खाए तो नहीं लेते, तुसां मंगे सो मैं तुहानूं कढ दिते। तां नानक जी कहा, भाई बाला, असीं भुल्ले क्यों? तां बाले आख्या, हे नानक जी, तू जान, जे भुल्ला है तां तू जान, जे नहीं भुल्ला तां तू जान। जैसे अल्लड़ तुसी हो तैसा अल्लड़ मैं हां। अगे कालू जाने या तुसी जानो। सो ये आपस में गल्लां बातां उन्हां दी हो रही ने। भाई बाला जी की उम्र भी महाराज दे लागे 19 उम्र है, थोड़ा ही फर्क है। हुण आपस दे विच गल्लां करदे ने, क्योंकि भाई बाला थोड़ा जिहा घबरा रहा कि हुण उत्थे जाके कालू जी ने की कहना। सो ये सारी वार्ता करदे करदे हुण पहुंच गए ने तलवंडी। ऐसे बातें करते करते तलवंडी के निकट पहुंचे ता नानक जी डरते पिता पासों गांव में ना बढ़े। एक तलाब सी, पानी उसमें नहीं था, वहां बैठे रहे और बाला अपने घर आए बढ़े। ते गुरु नानक जी घर गए ही नहीं, बाहर ही रहे। ता कालू नूं खबर हुई जो बाला अपनी घर आई बढ़िया है, ते नानक जी नहीं आया। ता कालू ने नफर भेज के बाले नूं बुलाया। ता बाला कालू जी दा फरमान सुनकर घर थी आया। जब पास गया ता कालू ने पूछा, आवो बाला, नानक जी ते किथे है? नानक जी किथे है? ते रुपए किथे है नहीं? ते किते रुसा रहा है अके व्यापार विच लग्या रहा है। ता बाले ने बैठ कर आख्या, मेहता जी, नानक जी 12 पो पेंडा जद गए ता एक वन आया, एक संत मंडली वहां उतरी हुई थी। तिन्हां नूं देख के जांदियां जांदियां खड़े हो गए अते रुपए मैथों लैके उन्हां फकीरां नूं खुवाए दिते हैं। बस इन्ना कहण दी देर सी, उधर हुण मेहता कालू जी नूं जिद्दां दा उन्हां दा सुभाਅ सी हुण गर्म हो गए। बस जदों उन्होंने कहा कि फकीरां नूं खुआए दिते हैं तां कालू ने आख्या, अरे बाला, मैं जो तैनूं नानक दे नाल भेजिया सो इस वास्ते भेजिया सी जो रुपए फकीरां नूं खुआए आवें। तां बाले ने आख्या, हे मेहता जी,
ਤੈਂ ਜੋ ਨਾਨਕ ਨੂੰ ਖਰਾ ਸੌਦਾ ਕਰਨ ਵਾਸਤੇ ਆਖਿਆ ਸੀ, ਜੋ ਤੂੰ ਖਰਾ ਸੌਦਾ ਕਰੀ ਸੋ ਨਾਨਕ ਜੀ ਨੇ ਖਰਾ ਸੌਦਾ ਕੀਤਾ ਹੈ, ਭਾਵੇਂ ਕੂਕ ਭਾਵੇਂ ਨਹੀਂ ਕੂਕ। ਮਤਲਬ ਭਾਵੇਂ ਤੁਸੀਂ ਉੱਚੀ ਬੋਲੋ ਭਾਵੇਂ ਨਾ ਬੋਲੋ, ਹੁਣ ਉਹਨਾਂ ਨੇ ਖਰਾ ਸੌਦਾ ਕਰ ਦਿੱਤਾ ਹੈ। ਤਾਂ ਕਾਲੂ ਆਖਿਆ, ਇਹ ਬਾਲਾ ਤੂੰ ਮੈਨੂੰ ਦੱਸ ਤਾਂ ਸੀ ਜੋ ਨਾਨਕ ਹੁਣ ਕਿੱਥੇ ਹੈ। ਤਾਂ ਭਾਈ ਬਾਲਾ ਅਤੇ ਕਾਲੂ ਨਾਨਕ ਜੀ ਨੂੰ ਢੂੰਡਣ ਵਾਸਤੇ ਚੱਲੇ ਅਤੇ ਮਾਤਾ ਤ੍ਰਿਪਤਾ ਜੀ ਸੁਣ ਕਰ ਵੱਡੀ ਸ਼ੋਕਾਤਰ ਹੋਈ ਅਤੇ ਪਛਤਾਵਣ ਲੱਗੀ। ਨਾਨਕ ਜੀ ਦੇ ਢੂੰਡਣ ਵਾਸਤੇ ਹੋਰ ਨਫਰਾਂ ਨੂੰ ਦੌੜਾਇਆ ਅਤੇ ਨਾਨਕੀ ਨੂੰ ਭੇਜਿਆ और कहा, बीबी तेरे पिता को ਵੱਡਾ क्रोध हो रहा है, देख किते नानक जी को कुछ दुख ना देवे। तो मां अपनी धी नूं भेजदी है, बेबे नानकी जी नूं भेज रही है। बेबे नानकी जी कुछ वरे वड्डे ने गुरु नानक साहब जी तो, उन्होंने दौड़ाउंदी है, देख तेरे पिता जी नूं बड़ा गुस्सा है, देखी उन्होंने दुख ना दे। अगे कालू ਅਤੇ ਭਾਈ ਬਾਲਾ ਚਲੇ ਜਾਂਦੇ ਹਨ। ਤਲਵੰਡੀ ਦੇ ਬਾਹਰ ਜਹਾਂ ਸ਼੍ਰੀ ਗੁਰੂ ਨਾਨਕ ਦੇਵ ਬੈਠੇ ਹੈ, ਕਾਲੂ ਨੂੰ ਨਾਲ ਲੈ ਕੇ ਜਾਇ ਵਿਖਾਇਆ। ਤਾਂ ਕਾਲੂ ਨੂੰ ਜਾਇ ਕਰ ਦੇਖਿਆ, ਬੜਾ ਕ੍ਰੋਧ ਆਇਆ, ਪਕੜ ਲਿੱਤਾ ਅਤੇ ਪੁੱਛਿਆ, ਆਵੋ ਨਾਨਕ, 20 ਰੁਪਏ ਜੋ ਤੈਨੂੰ ਦਿੱਤੇ ਸਨ ਸੋ ਕਿੱਥੇ ਹਨ। ਤਾਂ ਗੁਰੂ ਨਾਨਕ ਜੀ ਨੂੰ ਦੋਏ ਤਮਾਚੇ ਸੱਜੇ ਹੱਥ ਦੇ ਖੱਬੀ ਗਲ ਉੱਪਰ ਮਾਰੇ ਅਤੇ ਸੱਜੀ ਗਲ ਦੇ ਉੱਤੇ 2 ਤਮਾਚੇ ਖੱਬੇ ਹੱਥ ਦੇ ਮਾਰੇ। ਇਤਨੇ ਨੂੰ ਬੀਬੀ ਨਾਨਕੀ ਪਹੁੰਚੀ, ਪਿਤਾ ਦੇ ਅੱਗੇ ਮੱਥਾ ਟੇਕਿਆ ਤੇ ਮੁਖ ਤੇ ਕਹਿਆ, ਪਿਤਾ ਜੀ ਅਬ ਬਖਸ਼ੀਏ। ਨਾਨਕ ਦੀਆਂ ਗੱਲਾਂ ਤੇ ਨੀਲ ਪੈ ਗਏ। ਸੋ ਇੱਥੇ ਬੀਬੀ ਨਾਨਕੀ ਜੀ ਦਾ ਕਰਤਾਰ ਸਾਡੇ ਸਾਹਮਣੇ ਆਉਂਦਾ ਹੈ। ਇੱਥੇ ਉਹ ਕਹਿੰਦੇ ਰੋਕਿਆ ਆਪਣੇ ਪਿਤਾ ਨੂੰ, ਪਿਤਾ ਜੀ ਆਪ ਬਖਸ਼ੀਏ। ਦੇਖੋ ਨਾਨਕ ਦੀਆਂ ਗੱਲਾਂ ਤੇ ਨੀਰ ਪੈ ਗਏ, ਪਰ ਗੁਰੂ ਨਾਨਕ ਜੀ ਬੋਲਿਆ ਨਹੀਂ, ਨੇਤਰਾਂ ਤੋਂ ਜਲ ਵਗੇ ਜਾਵੇ। पर गुरु नानक जी बोलिया नहीं, नेत्रों तो जल वग्या जा। सोई बिरतांत संगत जी पहला विचारवाना तो असीं कई बार सुनिया होएगा, पर इस रूप दे विच मैं समझदा कि इहदी एक वखरी खिच है। गुरु साहब पिता पुत्र वाला रिश्ता किदां निभा रहे हैं, ਉਹ ਸਾਡੇ ਸਾਹਮਣੇ ਭੈਣ ਵਿੱਚ ਆ ਕੇ ਕਿਵੇਂ ਆਪਣਾ ਰੋਲ ਅਦਾ ਕਰਦੀ, ਕੀ ਕਹਿੰਦੀ ਹੈ, ਉਹ ਵੀ ਸਾਡੇ ਸਾਹਮਣੇ ਹੈ। ਇਹਨੇ ਨੂੰ ਕੀ ਹੁੰਦਾ ਕਿ ਇੱਕ ਆਦਮੀ ਨੇ ਰਾਏ ਬੁਲਾਰ ਨੂੰ ਜਾ ਕੇ ਕਿਹਾ, ਤੇ ਰਾਏ ਜੀ ਕਾਲੂ ਪਟਵਾਰੀ ਨੇ ਪੁੱਤਰ ਨੂੰ ਡਾਢੀ ਮਾਰ ਮਾਰੀ ਹੈ ਤੇ ਨਾਨਕੀ ਨੇ ਮੱਥਾ ਟੇਕ ਕੇ ਛੁਡਾਇਆ ਹੈ। ਸੋ ਉਧਰ ਹੁਣ ਇਹ ਸੁਨੇਹਾ ਰਾਏ ਬੁਲਾਰ ਜੀ ਨੂੰ ਵੀ ਲੱਗ ਗਿਆ। ਅੱਗੋਂ ਹੁਣ ਬਿਰਤਾਂਤ ਜਿਹੜਾ ਹੋਰ ਇਹਦੀ ਗਹਿਰਾਈ ਦੇ ਵਿੱਚ ਜਾਂਦਾ ਹੈ। ਰਾਏ ਬੁਲਾਰ ਜੀ ਦਾ ਕਿਰਦਾਰ ਸਾਡੇ ਸਾਹਮਣੇ ਆਉਂਦਾ ਜਨਮ ਸਾਖੀ ਦੇ ਰਾਹੀਂ। ਸੋ ਵਿਚਾਰਾਂ ਆਪਾਂ ਅੱਗੇ ਵੀ ਜਾਰੀ ਰੱਖਾਂਗੇ। ਛੋਟਾ ਜਿਹਾ ਵਿਸ਼ਰਾਮ ਕਰਕੇ ਬਹੁਤ ਜਲਦੀ। ਸੋ ਸੰਗਤ ਜੀ, ਆਪਾਂ ਜਨਮ ਸਾਖੀ ਸ਼੍ਰੀ ਗੁਰੂ ਨਾਨਕ ਦੇਵ ਜੀ ਉਸ ਦੇ ਵਿੱਚੋਂ ਅੱਜ ਇੱਕ ਸਾਖੀ ਦੀ ਸਾਂਝ ਕਰਦੇ ਪਏ ਹਾਂ। ਖਰੇ ਸੌਦੇ ਦੀ ਸਾਖੀ। ਸਾਖੀ ਸਾਧਾਂ ਦੇ ਨਾਲ ਖਰੇ ਸੌਦੇ ਦੀ ਚੱਲੀ। ਸੋ ਭਾਈ ਬਾਲਾ ਜੀ ਵਾਲੀ ਜਿਹੜੀ ਜਨਮ ਸਾਖੀ ਹੈ, ਉਸ ਨੂੰ ਇਹ ਜੋ ਵੱਖ-ਵੱਖ ਪ੍ਰਕਾਸ਼ਕਾਂ ਨੇ ਪ੍ਰਕਾਸ਼ਿਤ ਕੀਤਾ ਹੈ, ਇਸ ਵਕਤ ਜੋ ਅਸੀਂ ਇਹ ਪੜ੍ਹਦੇ ਪਏ ਹਾਂ, ਇਹ ਭਾਈ ਚਤਰ ਸਿੰਘ ਜੀਵਨ ਸਿੰਘ ਉਹਨਾਂ ਵੱਲੋਂ ਪ੍ਰਕਾਸ਼ਿਤ ਜਿਹੜੀ ਇਹ ਸਾਖੀ ਹੈ, ਜਨਮ ਸਾਖੀ, ਉਸ ਦੇ ਵਿੱਚੋਂ ਆਪਾਂ ਇਸ ਵਕਤ ਪੜ੍ਹਦੇ ਪਏ ਹਾਂ। ਸੋ ਸੰਗਤ ਜੀ,
ਜਿਵੇਂ ਆਪਾਂ ਮਹਿਸੂਸ ਕੀਤਾ, ਹੁਣੇ ਸਰਵਣ ਕੀਤਾ ਕਿ ਜਨਮ ਸਾਖੀ ਦੇ ਵਿੱਚ ਕਿੰਨੀ ਗਹਿਰਾਈ ਹੈ ਸਾਡੀ, ਕਿ ਗੁਰੂ ਨਾਨਕ ਸਾਹਿਬ ਜੀ ਆਪਣੇ ਪਿਤਾ ਜੀ ਨਾਲ ਕਿੱਦਾਂ ਗੱਲਾਂ ਕਰਦੇ ਨੇ, ਭਾਈ ਬਾਲਾ ਜੀ ਨਾਲ ਕਿੱਦਾਂ ਕਰਦੇ ਨੇ, ਉਸ ਮਹੰਤ ਜੀ ਨਾਲ ਕਿੱਦਾਂ ਕਰਦੇ ਨੇ, ਮਹੰਤ ਜੀ ਦਾ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਤੀ ਕੀ ਰਵੱਈਆ। ਉਹ ਜਿਹੜੇ ਸਾਧੂ ਉੱਥੇ ਬੈਠੇ ਸਨ, ਉਹ ਕਿਵੇਂ ਦੇ ਸਨ, ਉਹ ਕਿਹੜੇ ਮਤ ਦੇ ਸਨ, ਉਹ ਕਿਹੜੀ ਸਾਧਨਾ ਕਰਦੇ ਪਏ ਸਨ, ਇਹ ਸਾਰਾ ਕੁਝ ਸਾਨੂੰ ਇੱਥੋਂ ਪ੍ਰਾਪਤ ਹੋਇਆ। ਜਿਹੜੀਆਂ ਗੱਲਾਂ ਆਮ ਤੌਰ 'ਤੇ, ਕਿਉਂਕਿ ਜਦੋਂ ਕੋਈ ਵਿਚਾਰਵਾਨ ਵਿਚਾਰ ਕਰਦਾ, ਸੋ ਕਈ ਵਾਰ ਸਾਰੀਆਂ ਗੱਲਾਂ ਉਹ ਨਹੀਂ ਦੱਸ ਪਾਉਂਦਾ, ਅਤੇ ਉਹ ਗੱਲਾਂ ਵੀ ਜਿਹੜੀਆਂ ਨੇ ਅੱਜ ਮੈਂ ਸਮਝਦਾ ਕਿ ਅਸੀਂ ਬੜੀ ਸਾਰੀ ਵਿਸਥਾਰ ਦੇ ਵਿੱਚ ਸਰਵਣ ਕੀਤੀਆਂ। ਸੋ ਹੁਣ ਤੱਕ ਜਿਹੜੀ ਆਪਾਂ ਸਾਖੀ ਸਰਵਣ ਕੀਤੀ ਹੈ, ਕਿਸ ਢੰਗ ਦੇ ਨਾਲ ਗੁਰੂ ਨਾਨਕ ਸਾਹਿਬ ਜੀ ਜਾਂਦੇ ਨੇ, ਉੱਥੇ ਖਰਾ ਸੌਦਾ ਕਰਦੇ ਨੇ। ਉਹ ਸੰਤੋਖੀ ਨੇ, ਜਿਹੜੇ ਸਾਧੂ ਬੈਠੇ ਨੇ ਸੰਤੋਖੀ ਨੇ। ਉਹ ਕਹਿੰਦੇ ਨੇ ਕਿ ਤੂੰ ਸਾਡੇ ਕਿਸੇ ਕੰਮ ਨਹੀਂ ਹੈ, ਜਿਹੜੇ 20 ਰੁਪਈਏ ਤੂੰ ਸਾਨੂੰ ਦੇ ਰਿਹਾ ਹੈ ਨਾ, ਕਿਉਂਕਿ ਗੁਰੂ ਨਾਨਕ ਸਾਹਿਬ ਜੀ ਨੇ ਪਹਿਲਾਂ 20 ਰੁਪਈਏ ਉਹਨਾਂ ਦੇ ਭੇਟਾ ਕਰ ਦਿੱਤੇ ਸਨ। ਉਹ ਕਹਿੰਦੇ ਕਿ ਸਾਡੇ ਕਿਸੇ ਕੰਮ ਨਹੀਂ ਹੈ, ਤੇਰੇ ਪਿਤਾ ਨੇ ਤੈਨੂੰ ਜਿਹੜੇ ਵਿਹਾਰ ਦੇ ਵਾਸਤੇ, ਜਿਹੜੇ ਕਾਰਜ ਵਾਸਤੇ ਭੇਜਿਆ, ਤੂੰ ਉਹ ਕਰ। ਸੋ ਵੇਖੋ ਕਿੱਡਾ ਗਹਿਰਾਈ ਹੈ, ਕਿੰਨਾ ਸਤਿਕਾਰ ਹੈ। ਫਿਰ ਗੁਰੂ ਨਾਨਕ ਸਾਹਿਬ ਜੀ ਜਦੋਂ ਆਉਂਦੇ ਨੇ, ਫਿਰ ਉਹਨਾਂ ਨੂੰ ਮੱਥਾ ਟੇਕਦੇ ਨੇ। ਸੋ ਗੁਰੂ ਨਾਨਕ ਸਾਹਿਬ ਜੀ ਨੇ ਵੀ ਉਹਨਾਂ ਸਾਧੂਆਂ ਨੂੰ ਮੱਥਾ ਟੇਕਿਆ, ਉਹਨਾਂ ਦਾ ਸਤਿਕਾਰ ਕੀਤਾ ਹੈ। ਸੋ ਜਿੱਥੇ ਗੁਰੂ ਕਲਗੀਧਰ ਪਾਤਸ਼ਾਹ ਜੀ ਬਚਨ ਕਰਦੇ ਨੇ, ਸੰਤ ਸਮੂਹ ਨੇ ਇੱਕ ਮਤੀ, ਕਿ ਇੱਥੇ ਵੀ ਵੱਖ-ਵੱਖ ਤਰੀਕਿਆਂ ਦੇ ਨਾਲ ਬੰਦਗੀ ਕਰਨ ਵਾਲੇ ਉਹ ਜਿਹੜੇ ਲੋਕ ਸਨ, ਸੋ ਉਹਨਾਂ ਦਾ ਬਿਰਤਾਂਤ ਇੱਥੇ ਪਹੁੰਚਦਾ ਹੈ। ਗੁਰੂ ਨਾਨਕ ਸਾਹਿਬ ਜੀ ਉਹਨਾਂ ਨੂੰ ਸਿੱਧਾ ਲਿਆ ਕੇ ਦੇ ਦਿੰਦੇ ਨੇ। ਕੀ ਕੁਝ ਲਿਆਂਦਾ ਉਹ ਵੀ ਸਾਖੀਕਾਰ ਇੱਥੇ ਦਰਜ ਕੀਤਾ ਹੈ। ਆਟਾ, ਚਾਵਲ, ਖੰਡ, ਘਿਓ, ਦੁੱਧ ਤੇ ਬਰਤਨ। ਆਟਾ, ਚੌਲ, ਖੰਡ, ਘਿਓ ਤੇ ਦੁੱਧ, ਇਹ ਸਾਰਾ ਕੁਝ ਲਿਆਂਦਾ, ਨਾਲ ਬਰਤਨ ਵੀ ਲਿਆਂਦੇ ਵੀ ਜਿਹਦੇ ਵਿੱਚ ਹੋਣੇ ਪਕਾ ਕੇ ਇਹ ਛਕ ਸਕਦੇ ਨੇ। ਸੋ ਇਸ ਢੰਗ ਦੇ ਨਾਲ ਇਹ ਸਾਖੀ ਚੱਲਦੀ ਹੈ। ਹੁਣ ਜਦੋਂ ਵਾਪਸ ਆਉਂਦੇ ਨੇ, ਉੱਥੇ ਆ ਕੇ ਫਿਰ ਸਾਡੇ ਸਾਹਮਣੇ ਉਹ ਸਾਰਾ ਰੂਪ ਵਰਣਨ ਕੀਤਾ ਹੈ। ਸੋ ਹੁਣ ਆਪਾਂ ਅੱਗੋਂ ਸਾਖੀ ਦੇ ਨਾਲ ਜੁੜਦੇ ਹਾਂ, ਕਿਉਂਕਿ ਜਿੱਥੇ ਮਹਿਤਾ ਕਾਲੂ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੇ ਜੋ ਚਾਂਟੇ ਲਗਾਏ ਨੇ, ਤਮਾਚੇ ਲਗਾਏ ਨੇ, ਉਹ ਸਾਡੇ ਸਾਹਮਣੇ ਆਉਂਦਾ। ਬੇਬੇ ਨਾਨਕੀ ਜੀ ਵਿੱਚ ਆਉਂਦੇ ਨੇ, ਉਹ ਉਹਨਾਂ ਨੂੰ ਰੋਕਦੇ ਨੇ। ਐਵੇਂ ਥੋੜ੍ਹਾ ਕਵੀ ਕਹਿੰਦੇ ਨੇ ਕਿ ਦੱਸਿਆ ਸੀ ਭੁੱਖਿਆਂ ਨੂੰ ਰੋਟੀ ਖਵਾਲ ਕੇ, ਆਪ ਬਾਪੂ ਕੋ ਚਪੇੜਾ ਖਾਣੀ। ਸੋ ਵੱਡੀ ਭੈਣ ਦਾ ਪਿਆਰ ਬੜਾ ਸੀਨ। ਸੋ ਉਧਰੋਂ ਹੁਣ ਇਹ ਗੱਲ ਜਿਹੜੀ ਹੈ ਨਾ, ਇਹ ਰਾਏ ਬੁਲਾਰ ਜੀ ਕੋਲ ਪਹੁੰਚ ਜਾਂਦੀ ਹੈ। ਰਾਏ ਬੁਲਾਰ ਵੀ ਮੁਰੀਦ ਹੋ ਚੁੱਕਾ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ। ਆਓ ਹੁਣ ਅਗਲਾ ਬਿਰਤਾਂਤ ਲਗਭਗ ਸਾਰਾ ਹੀ ਰਾਏ ਬੁਲਾਰ ਜੀ ਦੇ ਹੈ ਤੇ ਗੁਰੂ ਨਾਨਕ ਸਾਹਿਬ ਜੀ ਦੇ ਉਸ ਪਿਆਰ ਦੇ ਉੱਤੇ ਕੇਂਦਰਿਤ ਹੈ। ਆਓ ਪਿਆਰ ਦੇ ਨਾਲ ਸੰਗਤ ਜੀ ਸਰਵਣ ਕਰਦੇ ਹਾਂ ਜੀ। ਸੋ ਰਾਏ ਬੁਲਾਰ ਜੀ ਨੂੰ ਜਾ ਕੇ ਜਦੋਂ ਕਿਸੇ ਨੇ ਦੱਸਿਆ ਕਿ ਕਾਲੂ ਪਟਵਾਰੀ ਨੇ ਪੁੱਤਰ ਨੂੰ ਡਾਢੀ ਮਾਰ ਮਾਰੀ ਹੈ ਤੇ ਨਾਨਕੀ ਨੂੰ ਮੱਥਾ ਟੇਕ ਕੇ ਛੁਡਵਾਇਆ ਹੈ, ਇਹ ਸੁਣ ਰਾਏ ਨੇ ਆਦਮੀ ਭੇਜ ਕੇ ਮਹਿਤੇ ਕਾਲੂ ਨੂੰ ਸੱਦਿਆ। ਤਾਂ ਆਦਮੀ ਨੇ ਆ ਕੇ ਕਿਹਾ, ਇਹ ਕਾਲੂ ਰਾਏ ਬੁਲਾਉਂਦਾ ਹੈ ਤੇ ਗੁਰੂ ਨਾਨਕ ਨੂੰ ਵੀ ਨਾਲ ਲੈ ਕੇ। ਤਾਂ ਅੱਗੋਂ ਕਹਿਆ, ਸੁਣ ਭਾਈ, ਮੈਂ ਕਿਆ ਕਰਾਂ, ਇਸ ਪੁੱਤਰ ਨੇ ਮੈਨੂੰ ਚੌੜ ਕਰ ਛੱਡਿਆ ਹੈ, ਪੱਟ ਛੱਡਿਆ ਸੂ। ਤਾਂ ਰਾਏ ਦੇ ਆਦਮੀ ਨੇ ਕਿਹਾ, ਕਾਲੂ ਉੱਥੇ ਤਾਂ ਚੱਲ। ਤਾਂ ਬਾਬਾ ਨਾਨਕ ਜੀ ਅਤੇ ਕਾਲੂ ਰਾਏ ਬੁਲਾਰ ਦੇ ਪਾਸ ਪਹੁੰਚੇ। ਤਾਂ ਰਾਏ ਬੁਲਾਰ ਦੇਖਦਿਆਂ ਹੀ ਗੁਰੂ ਨਾਨਕ ਦੇਵ ਜੀ ਅਤੇ ਕਾਲੂ ਨੂੰ ਵੈਰਾਗ ਛੁੱਟ ਗਿਆ। ਤੇ ਨਾਨਕ ਜੀ ਨੂੰ ਰਾਏ ਨੇ ਬਗਲ ਵਿੱਚ ਲਿੱਤਾ ਅਤੇ ਮੱਥਾ ਚੁੰਮਿਆ। ਸੋ ਇਹ ਕਿੱਥੋਂ ਪਤਾ ਲੱਗੂ ਕਿ ਜਦੋਂ ਗੁਰੂ ਨਾਨਕ ਸਾਹਿਬ ਜੀ ਗਏ ਸਨ ਰਾਏ ਬੁਲਾਰ ਦੇ ਕੋਲ,
ਮਹਿਤਾ ਕਾਲੀ ਜੀ ਨੂੰ ਸੱਦ ਲਿਆ ਸੀ ਤੇ ਜਦੋਂ ਗੁਰੂ ਨਾਨਕ ਸਾਹਿਬ ਗਏ ਨੇ ਤੇ ਉਹਨਾਂ ਨੂੰ ਬਗਲ ਦੇ ਵਿੱਚ ਆਪਣੀ ਬਾਂਹ ਦੇ ਵਿੱਚ ਲੈ ਕੇ ਬਗਲ 'ਚ ਲਿੱਤਾ ਤੇ ਮੱਥਾ ਚੁੰਮਿਆ ਸੀ, ਉਹਨੂੰ ਚੁੰਮਿਆ, ਮੱਥਾ ਚੁੰਮਿਆ ਗੁਰੂ ਨਾਨਕ ਸਾਹਿਬ ਦਾ। ਰਾਏ ਬੁਲਾਰ ਤੇ ਕਾਲੂ ਨੂੰ ਦੇਖ ਕੇ ਬੜਾ ਕ੍ਰੋਧ ਵਿੱਚ ਆਇਆ ਅਤੇ ਕਹੀ, ਉਸ ਸੁਣ ਕਾਲੂ, ਮੈਂ ਤੈਨੂੰ ਕਿਹਾ ਸੀ ਜੋ ਤੂੰ ਗੁਰੂ ਨਾਨਕ ਜੀ ਨੂੰ ਬੁਰਾ ਨਾ ਬੋਲੀ ਤੇ ਤੂੰ ਨਾਨਕ ਨੂੰ ਅਜਿਹੀ ਮਾਰ ਮਾਰੀ ਹੈ। ਦੇਖ ਕੇ ਲੋਕ ਤਰਾਸ ਕਰਦੇ ਤੇ ਦੁਖੀ ਹੁੰਦੇ ਨੇ। ਸੁਣ ਕਾਲੂ, ਨਾ ਤੈਨੂੰ ਮੇਰੇ ਕਹੇ ਦਾ ਡਰ ਹੈ ਤੇ ਨਾ ਪਰਮੇਸ਼ਰ ਦਾ, ਅਤੇ ਨਾ ਤੈਨੂੰ ਪੁੱਤਰ ਦਾ ਮੋਹ ਹੋਇਆ ਹੈ, ਜੋ ਮੇਰੇ ਘਰ ਇੱਕੋ ਪੁੱਤਰ ਹੈ। ਕਾਲੂ, ਤੂੰ ਵੱਡਾ ਰਾਖਸ਼ ਹੈ, ਤੇਰੇ ਘਰ ਦੇ ਲਾਇਕ ਗੁਰੂ ਨਾਨਕ ਨਹੀਂ। ਮੈਂ ਕਿਆ ਕਰਾਂ? ਜੇ ਇਸ ਨੂੰ ਮੈਂ ਆਪਣੇ ਘਰ ਰੱਖ ਸਕਦਾ तो इसकी अवज्ञा जितनी करता है जो अच्छी नहीं है, इसनों जितना त्रास देंदा है बहुत बुरा करता है। ये सारे दोष मैनू लगते हैं। ये कला वाला लोक है, परमेश्वर दा बली है। देखो संगत जी कितनी गहराई है। ਰਾਏ ਬੁਲਾਰ ਜੀ ਜਿੱਥੇ ਮਹਿਤਾ ਕਾਲੂ ਜੀ ਨੂੰ ਝਿੜਕਦੇ ਪਏ ਨੇ, ਉੱਥੇ ਉਹਨਾਂ ਨੂੰ ਸਮਝਾ ਰਹੇ ਨੇ। ਰਾਏ ਬੁਲਾਰ ਜੀ ਸਮਝਾ ਰਹੇ ਨੇ, ਇਹ ਕਲਾ ਵਾਲਾ ਲੋਕ ਹੈ, ਪਰਮੇਸ਼ਰ ਦਾ ਵਲੀ ਹੈ। ਰਾਏ ਦੀਆਂ ਅੱਖੀਆਂ ਤੇ ਜਲ ਟੁਰਿਆ ਜਾਵੇ, ਬੈਰਾਗ ਥੰਮਿਆ ਨਹੀਂ ਜਾਂਦਾ। ਮੇਰੇ ਬਾਬੇ ਨਾਨਕ ਦੇ ਮੁਖ ਤੇ ਉਹ ਚਪੇੜਾਂ ਦੇ ਦਾਗ ਦੇਖ ਕੇ ਹੁਣ ਰਾਏ ਬੁਲਾਰ ਕੋ ਥੰਮਿਆ ਨਹੀਂ ਜਾ ਰਿਹਾ। ਮਹਿਤਾ ਕਾਲੂ ਜੀ ਨੂੰ ਜਿੱਥੇ ਡਾਂਟ ਰਹੇ ਦੱਸਦੇ ਪਏ ਨੇ, ਤੂੰ ਇਹਨੂੰ ਐਵੇਂ ਸਮਝਦਾ ਇਹ ਪਰਮੇਸ਼ਰ ਦਾ ਬਲੀ ਹੈ। ਰਾਏ ਦੀਆਂ ਅੱਖਾਂ ਚੋਂ ਜਲ ਟੁਰਿਆ ਜਾਵੇ ਤੇ ਬੈਰਾਗ ਥੰਮਿਆ ਨਹੀਂ ਜਾ ਰਿਹਾ। ਬਾਬਾ ਜੀ ਦੇ ਮੋਹ ਕਰਕੇ ਕੰਠ ਰਾਏ ਦਾ ਗਦਗਦ ਹੋ ਗਿਆ। ਐਸਾ ਪਿਆਰ ਸੀ ਕਿ ਹੁਣ ਬੋਲਿਆ ਵੀ ਨਹੀਂ ਜਾਂਦਾ। ਜਦੋਂ ਗਲਾ ਭਰ ਜਾਂਦਾ ਨਾ, ਜਦੋਂ ਇਨਸਾਨ ਵਿਰਾਗ ਦੇ ਵਿੱਚ ਹੋਏ। ਅਤੇ ਕਾਲੂ ਤੇ ਸਖਤ ਸੁਭਾਅ ਕਰਕੇ ਰਾਏ ਦਾ ਤਨ ਕ੍ਰੋਧ ਕਰਕੇ ਥਰ ਥਰ ਕਾਂਪਦਾ ਹੈ। ਹੁਣ ਇੱਕ ਪਾਸੇ ਤਾਂ ਵਿਰਾਗ ਹੈ ਤੇ ਦੂਸਰੇ ਪਾਸੇ ਗੁੱਸਾ ਵੀ ਆ ਰਿਹਾ ਮਹਿਤਾ ਕਾਲੂ ਜੀ ਤੇ। ਇੰਨਾ ਗੁੱਸਾ ਆ ਰਿਹਾ ਕਿ ਸਰੀਰ ਕੰਬਣਾ ਸ਼ੁਰੂ ਹੋ ਗਿਆ ਤੇ ਕਿਹਾ, ਸੁਣ ਕਾਲੂ, ਅੱਜ ਤੀਕਰ ਮੈਂ ਤੈਨੂੰ ਕਦੀ ਖੋਟਾ ਬਚਨ ਨਹੀਂ ਕਿਹਾ। ਸੁਣ ਕਾਲੂ, ਅੱਜ ਤੀਕਰ ਮੈਂ ਤੈਨੂੰ ਕੋਈ ਖੋਟਾ ਬਚਨ ਨਹੀਂ ਕਿਹਾ ਤੇ ਅੱਜ ਮੈਂ ਤੈਨੂੰ ਆਖਦਾ ਹਾਂ, ਸੁਣ, ਤੂੰ ਕੀ ਕੰਮ ਕੀਤਾ ਹੈ? ਨਾਨਕ ਨੂੰ ਐਸੀ ਮਾਰ ਮਾਰਨੀ ਆਹੀ ਜੋ ਉਸਦੇ ਮੂੰਹ ਤੇ ਐਸੇ ਦਾਗ ਪਾ ਦਿੱਤੇ। ਤੂੰ ਬੜਾ ਚਲਾਕ ਹੈ, ਵੱਡਾ ਕਠੋਰ ਹੈ। ਤਾਂ ਕਾਲੂ ਡਰ ਕੇ ਲੱਗਾ ਆਖਣ, ਰਾਏ ਜੀ, ਮੈਂ ਕਿਆ ਕਰਾਂ? ਤੁਸੀਂ ਜਦ ਕਦ ਮੇਰੇ ਨਾਲ ਹੀ ਲੜਦੇ ਹੋ। ਮੈਂ ਇਸ ਨੂੰ ਬਥੇਰਾ ਸਿਖਾ ਸਮਝਾ ਰਿਹਾ ਹਾਂ ਕਿ ਨਾਨਕ, ਤੂੰ ਮੇਰੇ ਘਰ ਇੱਕੋ ਇੱਕ ਪੁੱਤਰ ਹੈ, ਸਿਆਣਾ ਹੋ। ਮੈਂ 20 ਰੁਪਏ ਇਸ ਤੋਂ ਦਿੱਤੇ ਤੇ ਨਫਰ ਨੂੰ ਇਸ ਦੇ ਨਾਲ ਬਾਲਾ ਦਿੱਤਾ। ਸੋ ਬਾਲਾ ਆਖਣ ਲੱਗਾ, ਮਹਿਤਾ ਜੀ, ਨਾਨਕ ਜਾਂਦੇ ਹੀ ਰੁਪਏ ਫਕੀਰਾਂ ਨੂੰ ਦੇ ਦਿੱਤੇ। ਸੋ ਜਿਸ ਦਿਨ ਦਾ ਇਹ ਜਨਮਿਆ ਹੈ, ਇਸਨੇ ਹੋਲ ਸੰਭਾਲੀ ਹੈ, ਕਈ ਵਾਰੀ ਇਸ ਘਰ ਉਜਾੜਿਆ ਹੈ। ਫਿਰ ਰੁਪਏ ਤਾਂ ਦਿੱਤੇ, ਬਾਹਰ ਜੰਗਲ ਵਿੱਚ ਜਿੱਥੇ ਪਾਣੀ ਵੀ ਨਹੀਂ ਮਿਲਦਾ ਉੱਥੇ ਲੁੱਕ ਕੇ ਬੈਠਾ। ਬਾਲੇ ਘਰ ਆ ਕੇ ਪੁੱਛਿਆ ਤਾਂ ਇਸਨੇ ਦੱਸਿਆ ਕਿ ਇਹ ਸੁਣ ਕੇ ਰਾਏ ਬੁਲਾਰ ਨੇ ਬਾਲੇ ਨੂੰ ਸੱਦ ਪੁੱਛਿਆ। ਸਭ ਹਕੀਕਤ ਜਿਉਂ ਬੀਤੀ ਰਾਏ ਬੁਲਾਰ ਨੂੰ ਸੁਣਾਈ। ਤਾਂ ਰਾਏ ਕਾਲੂ ਨੂੰ ਕਿਹਾ, ਸੁਣ ਕਾਲੂ, ਤੇਰੀ ਪ੍ਰਬੰਧ ਖੋਟੀ ਹੈ। ਤੂੰ ਇਸ ਨਾਨਕ ਦੀ ਕਦਰ ਨਹੀਂ ਜਾਣਦਾ। ਜੋ ਕਿਸੇ ਪਾਸ ਪਾਰਸ ਹੋਵੇ ਤੇ ਉਹ ਪੱਥਰ ਜਾਣ ਕੇ ਸੁੱਟ ਦੇਵੇ। ਦੇਖੋ ਕਿੱਡਾ ਸੋਹਣਾ
ਕਿਵੇਂ ਸਮਝਾ ਰਿਹਾ? ਰਾਏ ਬੁਲਾਰ ਜੀ ਮਹਿਤਾ ਕਾਲੂ ਜੀ ਨੂੰ ਕਿਵੇਂ ਸਮਝਾ ਰਹੇ ਨੇ ਕਿ ਤੂੰ ਨਾਨਕ ਜੀ ਦੀ ਕਦਰ ਨਹੀਂ ਜਾਣਦਾ। ਜੋ ਕਿਸੇ ਪਾਸ ਪਾਰਸ ਹੋਵੇ ਤੇ ਉਹ ਪੱਥਰ ਜਾਣ ਕੇ ਸੁੱਟ ਦੇਵੇ ਤੇ ਕੌਡੀਆਂ ਦੇ ਮਗਰ ਫਿਰੇ। ਜਿੱਦਾਂ ਕਿਸੇ ਅਣਜਾਣ ਨੂੰ ਜਵਾਹਰ ਮਿਲ ਜਾਏ, ਉਹ ਉਸ ਦੀ ਸਾਰ ਨਹੀਂ ਜਾਣਦਾ, ਇਸੀ ਤੇ ਕੰਗਾਲ ਹੈ। ਤੇ ਮੈਂ ਕਿਆ ਕਰਾਂ? ਮੇਰਾ ਤਨ ਮੁਸਲਮਾਨ ਹੈ, ਇਹ ਹਿੰਦੂ ਹੈ। ਦੇਖੋ ਕੈਸੀਆਂ ਗੱਲਾਂ ਨੇ। ਹੁਣ ਉਹ ਆਪਣੇ ਆਪ ਦੇ ਵਿੱਚ ਥੋੜਾ ਝੂਰਦੇ ਵੀ ਪਏ ਨੇ ਕਿ ਨਹੀਂ ਤੇ ਮੈਂ ਇਹਨੂੰ ਆਪਣੇ ਕੋਲ ਹੀ ਰੱਖ ਲਵਾਂ। ਮੈਂ ਕਿਆ ਕਰਾਂ? ਮੇਰਾ ਤਨ ਮੁਸਲਮਾਨ ਹੈ, ਇਹ ਹਿੰਦੂ ਹੈ। ਇਸ ਯੋਗਤਾ ਕਰਕੇ ਮੈਂ ਕੁਝ ਕਰ ਨਹੀਂ ਸਕਦਾ। ਕਾਲੂ, ਤੈਨੂੰ ਧਨ ਦੀ ਤ੍ਰਿਸ਼ਨਾ ਹੈ? ਜੋ ਇਹਨਾਂ ਦੇ ਸਰੀਰ ਦਾ ਖਰਚ ਹੈ ਸੋ ਮੇਰੇ ਘਰ ਤੋਂ ਲੈ ਲਿਆ ਕਰ। ਜੋ ਗੁਰੂ ਨਾਨਕ ਸਾਹਿਬ ਜੀ ਦੇ ਸਰੀਰ ਦਾ ਖਰਚ ਹੈ ਸੋ ਤੂੰ ਮੇਰੇ ਘਰ ਤੋਂ ਲੈ ਲਿਆ ਕਰ। ਇਤਨਾ ਕਹਿ ਕੇ ਰਾਏ ਬੁਲਾਰ ਦਾ ਨੌਕਰ, ਜਿਸ ਦਾ ਨਾਮ ਉਮੈਦ ਹੈ ਸੀ, ਉਹਦਾ ਨਾਮ ਉਮੈਦਾ, ਇਸ ਨੂੰ ਰਾਏ ਨੇ ਆਖਿਆ, ਜਾਓ ਉਮੈਦਾ, ਤੂੰ ਮੇਰੇ ਘਰ ਤੋਂ 20 ਰੁਪਏ ਕਾਲੂ ਨੂੰ ਲਿਆ ਕੇ ਦੇ। ਤਾਂ ਉਹ ਉਮੈਦਾ ਰਾਏ ਬੁਲਾਰ ਦੀ ਰਾਣੀ, ਜਿਸ ਦੀ ਜਾਤ ਖੋਖਰਾਂ ਸੀ, ਇਸ ਪਾਸੋਂ 20 ਰੁਪਏ ਜਾਈ ਮੰਗੇ। ਰਾਣੀ ਖੋਖਰਾਂ ਰੁਪਏ ਦਿੱਤੇ, ਨੌਕਰ ਨੇ ਲੈ ਆਂਦੇ, ਕਾਲੂ ਦੇ ਹੱਥ ਦਿੱਤੇ। ਕਾਲੂ ਲਏ ਨਹੀਂ ਤੇ ਰਾਏ ਬੁਲਾਰ ਮੋੜੇ ਨਹੀਂ। ਦੇਖੋ ਕਿਵੇਂ ਦੇ ਹਾਲਾਤ ਨੇ। ਹੁਣ ਰਾਏ ਬੁਲਾਰ ਨੇ ਕਿਹਾ ਵੀ ਜਿਹੜੇ ਉਹ 20 ਰੁਪਏ ਤੂੰ ਮੇਰੇ ਤੋਂ ਲੈ, ਤੂੰ ਗੁਰੂ ਨਾਨਕ ਸਾਹਿਬ ਨੂੰ ਕੁਝ ਨਹੀਂ ਕਹਿਣਾ। ਹੁਣ ਉਹ 20 ਰੁਪਏ ਘਰੋਂ ਮੰਗਵਾਏ ਨੇ। ਵੇਖੋ ਬਕਾਇਦਾ ਉਮੈਦਾ ਉਸ ਦਾ ਨਾਮ ਹੀ ਦਰਜ, ਜਿੰਨੇ ਜਾ ਕੇ ਉਹ 20 ਰੁਪਏ ਲਿਆਂਦੇ ਘਰੋਂ, ਹੁਣ ਉਹਨੇ ਲਿਆ ਕੇ ਮਹਿਤਾ ਕਾਲੂ ਜੀ ਨੂੰ ਦਿੱਤੇ ਨੇ। ਕਾਲੂ ਜੀ ਹੁਣ ਲੈਂਦੇ ਨਹੀਂ ਤੇ ਉਹ ਵਾਪਸ ਨਹੀਂ ਲੈਂਦੇ ਤੇ ਰਾਏ ਮੋੜੇ ਨਹੀਂ। ਰਾਏ ਬੁਲਾਰ ਨੇ ਕਿਹਾ, ਮੈਂ ਕਿਆ ਕਰਾਂ? ਜੋ ਮੇਰੇ ਘਰ ਗੁਰੂ ਨਾਨਕ ਜੀ ਰਹਿ ਨਹੀਂ ਸਕਦਾ, ਨਹੀਂ ਤਾਂ ਮੈਂ ਆਪਣੇ ਘਰ ਹੀ ਰੱਖਾਂ। ਦੇਖੋ ਕਿੰਨਾ ਪਿਆਰ ਹੈ ਇਹਦੇ ਚ, ਇੱਕ ਬੜੀ ਮਜਬੂਰੀ ਜੀ ਵੀ ਆ ਰਾਏ ਬੁਲਾਰ ਜੀ ਦੀ। ਮੈਂ ਕੀ ਕਰਾਂ? ਮੇਰੇ ਘਰ ਗੁਰੂ ਨਾਨਕ ਰਹਿ ਨਹੀਂ ਸਕਦਾ, ਨਹੀਂ ਤੇ ਮੈਂ ਇਹਨੂੰ ਆਪਣੇ ਘਰ ਹੀ ਰੱਖਾਂ। ਤੇ ਹੁਣ ਤੇਰੇ ਘਰ ਰੱਖਦੇ ਹਾਂ। ਅੱਜ ਕੱਲ ਕਿ ਥਾਂ ਅਸੀਂ ਨਾਨਕ ਜੀ ਨੂੰ ਸੌਂਪ ਦਿੰਦੇ ਆਹੇ। ਤਾਂ ਕਾਲੂ ਰੁਪਏ ਲਵੇ ਨਹੀਂ ਤੇ ਕਾਲੂ ਕਹੇ, ਰਾਏ ਜੀ ਇਹ ਰੁਪਏ ਕਿਸ ਦੇ? ਅਸੀਂ ਕਿਸ ਦੇ ਹਾਂ? ਨਾਨਕ ਕਿਸ ਦਾ ਹੈ? ਇਹ ਸਭ ਕੁਝ ਆਪ ਦਾ ਹੀ ਤਾਂ ਹੈ। ਮੈਂ ਰੁਪਇਆਂ ਨੂੰ ਨਹੀਂ ਝੂਰਦਾ। ਦੇਖੋ ਹੁਣ ਮਹਿਤਾ ਕਾਲੂ ਜੀ ਵੀ ਥੋੜੇ ਜਜ਼ਬਾਤੀ, ਇੱਕ ਪਿਤਾ ਦੇ ਰੂਪ ਵਿੱਚ ਵੇਖੀਏ ਤਾਂ ਉਹਨਾਂ ਦਾ ਵੀ ਕੁਝ ਨਾ ਕੁਝ ਠੀਕ ਹੈ, ਪਰ ਦੂਸਰੇ ਪਾਸੇ ਜਦੋਂ ਗੁਰੂ ਨਾਨਕ ਸਾਹਿਬ ਜੀ ਦੇ ਵਰਤਾਏ ਜੋ ਕਰਦੇ ਪਏ ਨੇ, ਸੋ ਹੁਣ ਰਾਏ ਬੁਲਾਰ ਕਿਉਂਕਿ ਉਹ ਸਮਝਦੇ ਨੇ ਤੇ ਹੁਣ ਉਹ ਕਹਿੰਦੇ ਨੇ ਵੀ ਜਦੋਂ ਉਹਨਾਂ ਨੂੰ ਝੂਰਿਆ ਤੇ ਫਿਰ ਹੁਣ ਮਹਿਤਾ ਕਾਲੂ ਕਹਿੰਦੇ ਨੇ ਵੀ ਹੁਣ ਤੁਸੀਂ ਮੈਨੂੰ ਪੈਸੇ ਕਾਹਦੇ ਦੇ ਰਹੇ? ਸਾਰਾ ਕੁਝ ਤਾਂ ਤੁਹਾਡਾ ਹੀ ਆ। ਵੀ ਨਾਨਕ ਵੀ ਤੁਹਾਡਾ ਵਾ, ਘਰ ਵੀ ਜੋ ਸਾਡੇ ਘਰ ਹੈਗਾ ਸਾਰਾ ਕੁਝ ਤੁਹਾਡਾ ਹੀ ਤਾਂ ਹੈ। ਕਹਿੰਦੇ ਮੈਂ ਰੁਪਇਆਂ ਨੂੰ ਨਹੀਂ ਝੂਰਦਾ। ਤੇ ਰਾਏ ਨੇ ਕਿਹਾ, ਕਾਲੂ ਜੋ ਕੁਛ ਤੂੰ ਕਰਦਾ ਹੈ ਸੋ ਭਲਾ ਹੀ ਕਰਦਾ ਹੈ, ਪਰ ਤੂੰ ਰੁਪਏ ਲੈ ਲੈ ਤੇ ਜਿਤਨਾ ਚਿਰ ਨਾਨਕ ਜੀ ਅਣਜਾਣਾ ਸਿਆਣਾ ਹੈ ਤਿਤਨਾ ਚਿਰ ਨਾਨਕ ਜੀ ਦੀ ਖਿਦਮਤ ਅਸੀਂ ਕਰਾਂਗੇ। ਜਿੰਨਾ ਚਿਰ ਇਹ ਨਿਆਣ ਸਿਆਣ ਅਜੇ ਹੈਗੇ ਨੇ, ਇਹਨਾਂ ਦੀ ਖਿਦਮਤ ਅਸੀਂ ਕਰਾਂਗੇ। ਤੇ ਫੇਰ ਕਾਲੂ ਰੁਪਈਏ ਦੇਵੇ ਤੇ ਰਾਏ ਲਵੇ ਨਹੀਂ। ਤਾਂ ਉਮੈਦੇ ਕਹਿਆ, ਕਾਲੂ ਰੁਪਏ ਲੈ ਲੈ। ਤੇ ਰਾਏ ਜੀ ਦਾ ਆਖਿਆ ਫੇਰ ਨਹੀਂ। ਤਾਂ ਕਾਲੂ ਨੇ ਰੁਪਈਏ ਲੈ ਲਿੱਤੇ ਤੇ ਰੁਪਏ ਲੈ ਕੇ ਕਾਲੂ ਹੈਰਾਨ ਹੋਇਆ। ਤੇ ਰੁਪਏ ਲੈ ਕੇ ਕਾਲੂ ਹੈਰਾਨ ਹੋ ਰਿਹਾ। ਰਾਏ ਨੇ ਕਿਹਾ, ਕਾਲੂ ਅੱਜ ਥੀ ਲੇਕਰ ਨਾਨਕ ਜੀ ਨੂੰ ਪੁਸ਼ਾਕ ਵੀ ਅਸੀਂ ਬਣਾਏ ਦੇਵਾਂਗੇ, ਖਰਚ ਵੀ ਇਸ ਦਾ ਸਾਡੇ ਘਰੋਂ ਲੀਤਾ ਕਰ। ਤੂੰ ਮਾਇਆ ਦੇ ਲੋਭ ਕਰ
ਐਸੇ ਸਤ ਧਰਮ ਵਾਲੇ ਨਾਨਕ ਪਰਮੇਸ਼ਰ ਦੇ ਪਿਆਰੇ ਨੂੰ ਨਾਲਾਇਕ ਨਾ ਕਹੀਂ। ਜਿਤਨਾ ਤੇਰੇ ਘਰ ਦਾ ਦਰਬ ਨਾਨਕ ਗਵਾਇਆ ਹੈ, ਸੋ ਹਿਸਾਬ ਕਰਕੇ ਸਭ ਮੇਰੇ ਕੋਲੋਂ ਲੈ ਲੈ। ਜਿੰਨਾ ਵੀ ਅੱਜ ਤੱਕ ਨੁਕਸਾਨ ਗੁਰੂ ਨਾਨਕ ਸਾਹਿਬ ਦਾ ਕਰਕੇ ਤੇਰੇ ਘਰ ਦਾ ਹੋਇਆ, ਸਾਰਾ ਮੇਰੇ ਤੋਂ ਲੈ ਲੈ। ਰਾਏ ਦੇਵੇ ਕਾਲੂ ਲਵੇ ਨਹੀਂ। ਬਾਰੰਬਾਰ ਰਾਏ ਬੁਲਾਰ ਇਹੀ ਆਖਿਆ, ਕਾਲੂ ਤੇਰਾ ਪੁੱਤਰ ਨੇ ਜਗਤ ਦੇ ਬੰਧਨ ਨੂੰ ਕਟਵਾਉਣ ਵਾਸਤੇ ਮਨੁੱਖ ਦੀ ਦੇਹੀ ਧਾਰੀ ਹੈ। ਹੁਣ ਵੇਖੋ, ਰਾਏ ਬੁਲਾਰ ਕਹਿ ਰਹੇ ਨੇ, ਹੁਣ ਉਹ ਪੈਸੇ ਦੇ ਰਹੇ ਨੂੰ ਲੈਂਦੇ ਨੇ। ਰਾਏ ਬੁਲਾਰ ਨੇ ਆਖਿਆ, ਕਾਲੂ ਤੇਰੇ ਪੁੱਤਰ ਨੇ ਜਗਤ ਦੇ ਬੰਧਨਾਂ ਕੋ ਹਟਵਾਣੇ ਵਾਸਤੇ ਮਨੁੱਖ ਦੇਹੀ ਧਾਰੀ ਹੈ ਕਿ ਤੇਰਾ ਪੁੱਤਰ ਤਾਂ ਸੰਤ ਹੈ। ਇਸ ਨੂੰ ਵੇਖੀ ਕਦੀ। ਝਿੜਕਦੋਂ ਤਾਂ ਕਾਲੂ ਬੜਾ ਲੱਜਤ ਹੋ ਗਿਆ। ਇਹਨੂੰ ਹੁਣ ਝਿੜਕਣਾ ਨਹੀਂ ਹੈ। ਆਪਣੇ ਘਰ ਆਇਆ। ਤਲਵੰਡੀ ਦੇ ਜਿਤਨੇ ਲੋਕ ਖੱਤੀ, ਬ੍ਰਾਹਮਣ, ਹਿੰਦੂ, ਤੁਰਕ आहे और जाट बूट, वो सब कालू को बुरा बुरा आखन लगे। कोई सलाहे नहीं। कहन लगे, देखो भाई, पहला तो कालू ने ऐसा निर्दयी होके पुत्र नूं मारिया है, चंडाल की तरह मार पुत्र नूं कीती है, ते दूजा राय बुलार पासों रुपए भी लै लीते है। सो तो फिर अगले दिन कालू राय बुलार पास आया ਅਤੇ ਆਏ ਕਰ ਰਾਏ ਬੁਲਾਰ ਦੇ ਪੈਰਾਂ ਪਰ ਟਹਿ ਪਿਆ। ਦੇਖੋ, ਉਹਨਾਂ ਦਾ ਵੀ ਇੱਕ ਬੜਾ ਔਖਾ ਜਿਹਾ ਸਮਾਂ ਹੈ। ਇੱਕ ਪਿਤਾ ਦੇ ਰੂਪ 'ਚ ਜਿੱਦਾਂ ਹੁੰਦੇ ਆ ਨਾ, ਕਿਉਂਕਿ ਹਰ ਪਿਤਾ ਚਾਹੁੰਦਾ ਕਿ ਮੇਰਾ ਬੱਚਾ ਜਿਹੜਾ ਹੈ ਕਿ ਉਹ ਚੰਗਾ ਕਾਰੋਬਾਰ ਕਰੇ, ਚੰਗਾ ਵਿਹਾਰ ਕਰੇ। ਹੁਣ ਉਹਨਾਂ ਨੂੰ ਉਨੀ ਕੁ ਸੋਝੀ ਆ ਜੇ, ਉਹਨਾਂ ਨੂੰ ਰੱਬ ਰੂਪ ਵਾਲੀ ਸੋਝੀ ਨਹੀਂ ਮਿਲੀ, ਤੇ ਉਹ ਹੁਣ ਆਣ ਕੇ ਰਾਏ ਬੁਲਾਰ ਦੇ ਪੈਰਾਂ ਤੇ ਟਹਿ ਪਿਆ। ਆਖਿਓ, ਰਾਏ ਜੀ, ਮੇਰੀ ਜਗ੍ਹਾ ਤੇ ਹੋਰ ਕੋਈ ਨਹੀਂ, ਇਹ ਰੁਪਏ ਤੁਸੀਂ ਆਪਣੇ ਫੇਰ ਲਵੋ ਜੀ, ਤੁਸੀਂ ਪੈਸੇ ਵਾਪਸ ਲੈ ਲਓ। ਤਾਂ ਰਾਏ ਬੁਲਾਰ ਨੇ ਕਿਹਾ, ਇਹ ਕਾਲੂ, ਇਹ ਰੁਪਏ ਅਸਾਂ ਤੈਨੂੰ ਨਹੀਂ ਦਿੱਤੇ, ਅਸਾਂ ਗੁਰੂ ਨਾਨਕ ਜੀ ਦੇ ਰੁਪਏ ਦੇਵਣੇ ਆਹੇ। ਵੇਖੋ ਕਿੰਨੀ ਵੱਡੀ ਗੱਲ ਸੰਗਤ ਜੀ, ਅੱਜ ਬਹੁਤ ਗਹਿਰਾਈ ਜੇ ਸੁਣਨ ਵਾਲੀ ਗੱਲ ਜੇ ਪਿੱਛੇ ਥੋੜਾ ਜਿਹਾ ਆਪਾਂ ਧਿਆਨ ਵੱਧ ਘੱਟ ਵੀ ਦਿੱਤਾ, ਆ ਬੜੀ ਧਿਆਨ ਨਾਲ ਸੁਣਨ ਵਾਲੀ ਗੱਲ ਜੇ। ਸੋ ਅਗਲੇ ਦਿਨ ਰਾਏ ਬੁਲਾਰ ਜੀ ਪਾਸ ਦੁਬਾਰਾ ਗਏ ਨੇ, ਜਾ ਕੇ ਬੜਾ ਵਿਰਾਗ ਕੀਤਾ ਤੇ ਆਖਿਆ ਕਿ ਤੁਸੀਂ ਇਹ ਰੁਪਏ ਵਾਪਸ ਲੈ ਲਓ। ਹੁਣ 20 ਰੁਪਏ, ਅੱਜ ਤਾਂ ਅਸੀਂ 20 ਰੁਪਏ ਛੋਟੀ ਜਿਹੀ ਰਕਮ ਸਮਝਦੇ, ਉਸ ਵੇਲੇ ਦੇ 20 ਰੁਪਏ ਲੱਖਾਂ ਕਰੋੜਾਂ, ਅੱਜ ਦੇ ਲੱਖਾਂ ਕਰੋੜਾਂ ਸਮਝ ਲਓ। ਤਾਂ ਰਾਏ ਬੁਲਾਰ ਨੇ ਕਿਹਾ, ਇਹ ਕਾਲੂ, ਇਹ ਰੁਪਏ ਅਸਾਂ ਤੈਨੂੰ ਨਹੀਂ ਦਿੱਤੇ, ਅਸਾਂ ਗੁਰੂ ਨਾਨਕ ਜੀ ਦੇ ਰੁਪਏ ਦੇਵਣੇ ਆਹੇ, ਸੋ ਅਸਾਂ ਨੇ ਦਿੱਤੇ ਹਨ। ਅਸੀਂ ਤਾਂ ਗੁਰੂ ਨਾਨਕ ਸਾਹਿਬ ਦੇ ਪੈਸੇ ਦੇਣੇ ਸੀਗੇ, ਉਹ ਦਿੱਤੇ, ਅਸੀਂ ਤੈਨੂੰ ਥੋੜਾ ਦਿੱਤੇ ਆ। ਫਿਰ ਅਸੀਂ ਤੇਰੇ ਪਾਸੋਂ ਰੁਪਏ ਕਿਹੇ ਲਈਏ? ਇਹ ਤਾਂ ਅਸੀਂ ਗੁਰੂ ਨਾਨਕ ਸਾਹਿਬ ਦੇ ਪੈਸੇ ਦੇਣੇ ਸੀ, ਉਹਨਾਂ ਨੂੰ ਦਿੱਤੇ ਨੇ, ਹੁਣ ਅਸੀਂ ਤੇਰੇ ਕੋਲ ਕਿਉਂ ਵਾਪਸ ਲਈਏ ਬਈ? ਤਾਂ ਕਾਲੂ ਨੇ ਕਿਹਾ, ਇਹ ਰਾਏ ਜੀ, ਨਾਨਕ ਦੇ ਪਾਸ ਰੁਪਏ ਕਿੱਥੋਂ ਆਏ ਜੋ ਤੁਸੀਂ ਉਸ ਪਾਸੋਂ ਉਧਾਰ ਲੀਤੇ ਹੈ? ਬੜਾ ਇੱਕ ਰੌਚਕ ਜਿਹਾ ਮਾਮਲਾ ਹੈ। ਹੁਣ ਕਾਲੂ ਜੀ ਫਿਰ ਆਪਣੇ ਉਸੇ ਦੁਨਿਆਵੀ ਵਿਹਾਰ 'ਚ ਨੇ ਤੇ ਉਹ ਦਰਗਾਹੀ ਵਿਹਾਰ 'ਚ ਨੇ। ਵੇਖੋ, ਦੁਨਿਆਵੀ ਤੇ ਦਰਗਾਹੀ ਦਾ ਇਹ ਫਰਕ ਇੱਥੇ ਸਾਡੇ ਸਾਹਮਣੇ ਆ। ਕਾਲੂ ਜੀ ਫਿਰ ਕਹਿੰਦੇ ਨੇ, ਨਾਨਕ ਕੋਲ ਪੈਸੇ ਕਿੱਥੋਂ ਆਏ?
ਤੁਸੀਂ ਕਹਿੰਦੇ ਅਸੀਂ ਨਾਨਕ ਦੇ ਦੇਣੇ ਆ, ਤੇ ਨਾਨਕ ਕੋਲ ਪੈਸੇ ਤਾਂ ਹੈ ਹੀ ਨਹੀਂ ਸੀ, ਤੁਸੀਂ ਉਹਦੇ ਕੋਲ ਕਦੋਂ ਉਧਾਰ ਲੈ ਲਏ? ਸੋ ਇੱਧਰ ਮਹਿਤਾ ਕਾਲੂ ਜੀ ਆਪਣਾ ਸਵਾਲ ਦੇ ਰਹੇ ਨੇ, ਤਾਂ ਹੁਣ ਰਾਏ ਬੁਲਾਰ ਜੀ ਅੱਗੋਂ ਕੀ ਕਹਿੰਦੇ ਨੇ? ਤਾਂ ਰਾਏ ਬੁਲਾਰ ਨੇ ਕਿਹਾ, ਕਾਲੂ ਤੈਨੂੰ ਇਸ ਬਾਤ ਦੀ ਖਬਰ ਕੋਈ ਨਹੀਂ। ਕਾਲੂ ਤੈਨੂੰ ਇਸ ਬਾਤ ਦੀ ਖਬਰ ਕੋਈ ਨਹੀਂ, ਜਿਤਨੀ ਮਾਇਆ ਇਸ ਜਹਾਨ ਉੱਪਰ ਦੁਨੀਆ ਦੇ ਵਿੱਚ ਹੈ, ਸਭ ਇਸੇ ਦੀ ਹੈ। ਕਾਲੂ ਤੈਨੂੰ ਇਸ ਗੱਲ ਦੀ ਖਬਰ ਕੋਈ ਨਹੀਂ, ਜਿਤਨੀ ਮਾਇਆ ਇਸ ਜਹਾਨ ਉੱਪਰ ਦੁਨੀਆ ਦੇ ਵਿੱਚ ਹੈ, ਸਭ ਇਸ ਦੀ ਹੈ। ਸਭ ਦੌਲਤ ਦੁਨੀਆ ਦਾ ਇਹ ਮਾਲਕ ਹੈ। ਇਹ ਗੁਰੂ ਨਾਨਕ ਸਾਹਿਬ ਜੀ ਨੂੰ ਪਛਾਣਿਆ। ਜੇ ਘਰ ਦੇ ਵਿੱਚੋਂ ਪਛਾਣਿਆ ਤਾਂ ਪਹਿਲੀ ਸਿੱਖ ਬੇਬੇ ਨਾਨਕੀ ਹੈ, ਤੇ ਜੇ ਦੁਨੀਆ ਵਿੱਚੋਂ ਪਛਾਣਿਆ ਤੇ ਰਾਏ ਬੁਲਾਰ ਜੀ ਨੇ ਪਛਾਣਿਆ। ਮੈਂ ਸਮਝਦਾ ਕਿ ਧੰਨ ਹੈ ਰਾਏ ਬੁਲਾਰ। ਬੜਾ ਔਖਾ ਹੁੰਦਾ ਉਸ ਵੇਲੇ ਪਛਾਣਨਾ। ਅੱਜ ਤਾਂ ਕੁੱਲ ਜਹਾਨ ਅੰਦਰ ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ ਹੋ ਰਹੀ ਹੈ। ਜਦੋਂ ਪਿਤਾ ਨਹੀਂ ਪਛਾਣ ਪਾ ਰਿਹਾ, ਮਾਤਾ ਵੀ ਅਜੇ ਪੂਰਾ ਪਛਾਣ ਨਹੀਂ ਪਾ ਰਹੀ, ਉਸ ਵੇਲੇ ਉੱਥੇ ਦਾ ਜਿਹੜਾ ਚੌਧਰੀ ਹੈ, ਜਿਹੜਾ ਰਾਜਾ ਹੈ ਉਸ ਖੇਤਰ ਦਾ, ਉਹ ਇਹ ਗੱਲ ਕਹਿ ਰਿਹਾ ਕਿ ਕਾਲੂ ਤੂੰ ਨਹੀਂ ਜਾਣਦਾ, ਤੂੰ ਨਹੀਂ ਜਾਣਦਾ ਇਹ ਕੌਣ ਹੈ। ਫਿਰ ਇੱਕ ਵਾਰੀ ਸੰਗਤ ਜੀ ਸੁਣੋ। ਕਾਲੂ ਤੈਨੂੰ ਇਸ ਬਾਤ ਦੀ ਖਬਰ ਕੋਈ ਨਹੀਂ, ਜਿਤਨੀ ਮਾਇਆ ਇਸ ਜਹਾਨ ਉੱਪਰ ਦੁਨੀਆ ਵਿੱਚ ਹੈ, ਸਭ ਇਸੇ ਦੀ ਹੈ। ਸਭ ਦੌਲਤ ਦੁਨੀਆ ਦਾ ਇਹ ਮਾਲਕ ਹੈ। ਜਿਤਨੇ ਮੇਰੇ ਘਰ ਵਿੱਚ ਸੁੱਖ ਹਨ, ਘੋੜੇ, ਰੱਥ, ਦੌਲਤ, ਹੁਕਮ, ਇਹ ਸਭ ਗੁਰੂ ਨਾਨਕ ਜੀ ਦਾ ਹੀ ਸਦਕਾ ਹੈ। ਇਹ ਸਭ ਗੁਰੂ ਨਾਨਕ ਜੀ ਦਾ ਹੀ ਸਦਕਾ ਹੈ। ਮੈਂ ਤਾਂ ਇਸ ਦਾ ਹੀ ਦਿੱਤਾ ਖਾਂਦਾ। ਵਾਹ, ਸੱਚਮੁੱਚ ਧੰਨ ਰਾਏ ਬੁਲਾਰ ਹੈ। ਅਸੀਂ ਉਹਨਾਂ ਨੂੰ ਉਹਨਾਂ ਯਾਦ ਨਹੀਂ ਕਰਦੇ। ਮੈਂ ਸਮਝਦਾ ਜਿੰਨਾ ਕਰਨਾ ਚਾਹੀਦਾ। ਇਲਾਕੇ ਦਾ ਰਾਜਾ ਹੋਏ ਤੇ ਉਹ ਕਹਿ ਰਿਹਾ, ਇਹ ਤੇ ਰਾਜੇ ਢੀਠ ਹੁੰਦੇ ਨੇ। ਆਪਾਂ ਵੇਖਿਆ ਅੱਗੋਂ ਇਤਿਹਾਸ ਦੇ ਵਿੱਚ ਕਈ ਜ਼ਿਆਦਾਤਰ ਰਾਜੇ ਜਿਹੜੇ ਸੀ ਉਹੀ ਵਿਰੋਧੀ ਹੋਏ ਰਹੇ। ਹੁਣ ਉਹ ਕਹਿ ਰਿਹਾ, ਮੈਂ ਇਸ ਦਾ ਹੀ ਦਿੱਤਾ ਖਾਂਦਾ ਹਾਂ। ਹੇ ਕਾਲੂ, ਸੰਸਾਰ ਸਾਰਾ ਹੀ ਇਸ ਦਾ ਦਿੱਤਾ ਖਾਂਦਾ ਹੈ। ਕੱਲਾ ਮੈਂ ਹੀ ਨਹੀਂ, ਸਾਰਾ ਸੰਸਾਰ ਹੀ ਇਹਦਾ ਦਿੱਤਾ ਖਾਂਦਾ ਹੈ। ਤੂੰ ਗੁਰੂ ਨਾਨਕ ਨੂੰ ਪਛਾਣ ਹੀ ਨਹੀਂ ਸਕਿਆ ਕਾਲੂ। ਇਹ ਰਾਏ ਬੁਲਾਰ ਹੈ। ਇਸ ਬਾਤ ਨੂੰ ਸੁਣकर ਲੋਕ ਸਭ ਜਿਹੜੇ ਬੈਠੇ ਸਨ, ਉਹਨਾਂ ਦੀ ਨਿਸ਼ਾ ਹੋ ਗਈ। ਉਹਨਾਂ ਨੂੰ ਪਤਾ ਲੱਗ ਗਿਆ ਕਿ ਕਾਲੂ ਜੀ ਵੀ ਹੁਣ ਉੱਠ ਕਰਕੇ ਘਰ ਨੂੰ ਆ ਗਏ। ਸੋ ਸੰਗਤ ਜੀ, ਗੁਰੂ ਨਾਨਕ ਸਾਹਿਬ ਜੀ ਨੂੰ ਇਸ ਰੂਪ ਦੇ ਵਿੱਚ ਕੁੱਲ ਧਰਤੀ ਦੇ ਮਾਲਕ ਦੇ ਰੂਪ ਵਿੱਚ ਰਾਏ ਬੁਲਾਰ ਜੀ ਤੱਕਦੇ। ਸਿਰਫ ਗੱਲਾਂ ਬਾਤੀ ਤੱਕਦੇ ਨਹੀਂ, ਕਹਿੰਦੇ ਕਿ ਜੋ ਵੀ ਇਹ ਸਭ ਕੁਝ ਇਹਦਾ ਹੀ ਆ। ਜੋ ਅਸੀਂ ਸੁੱਖ ਮਾਣਦੇ ਹਾਂ, ਜੋ ਮੇਰੇ ਘਰ ਵਿੱਚ ਸੁੱਖ ਹਨ, ਘੋੜੇ, ਰੱਥ, ਦੌਲਤ, ਹੁਕਮ, ਇਹ ਸਭ ਨਾਨਕ ਜੀ ਦਾ ਹੀ ਸਦਕਾ ਹੈ। ਇਹ ਹੈ ਰਾਏ ਬੁਲਾਰ ਜੀ। ਸੋ ਮੈਂ ਸਮਝਦਾ ਕਿ ਆਪਾਂ ਕੋਸ਼ਿਸ਼ ਕਰਾਂਗੇ ਆਉਂਦੇ ਦਿਨਾਂ ਦੇ ਵਿੱਚ ਵੀ ਸਮੇਂ ਤੇ ਜਨਮ ਸਾਖੀ ਦੇ ਵਿੱਚੋਂ ਜ਼ਰੂਰ ਐਸਾ ਗਿਆਨ ਹਾਸਲ ਕਰਾਂਗੇ।
ਕਿਉਂਕਿ ਸਾਨੂੰ ਬਹੁਤ ਲਾਗੇ ਲੈ ਜਾਂਦੀ ਹੈ ਗੁਰੂ ਨਾਨਕ ਸਾਹਿਬ ਦੇ। ਸਾਨੂੰ ਮਹਿਸੂਸ ਕਰਾਉਂਦੀ ਹੈ ਕਿ ਉਹ ਤਲਵੰਡੀ ਕੈਸੀ ਸੀ, ਉੱਥੇ ਕੌਣ ਕਿਵੇਂ ਦਾ ਸੀ, ਕੌਣ ਪਿਆਰ ਵਿੱਚ ਸੀ ਤੇ ਕੌਣ ਕਿਸ ਰੂਪ ਦੇ ਵਿੱਚ ਸੀ। ਸੋ ਜਿਸ ਨੂੰ ਤੂੰ ਜਾਣਾ ਹੈ ਸੋਈ ਜਨ ਜਾਣਾ। ਪਾਤਸ਼ਾਹ, ਸਾਡਾ ਸਿਰ ਮਹਿਤਾ ਕਾਲੂ ਜੀ ਦੇ ਚਰਨਾਂ ਤੇ, ਤੇਰੇ ਪੂਜਨਿਕ ਪਿਤਾ ਤੇਰੇ ਮਾਤਾ ਜੀ ਦੇ ਚਰਨਾਂ ਤੇ ਸਦਾ ਹੀ ਝੁਕਦਾ ਰਹੇਗਾ। ਉਹਨਾਂ ਨੂੰ ਤੂੰ ਜਿਵੇਂ ਦਾ ਗਿਆਨ ਦਿੱਤਾ ਉਸੇ ਰੂਪ ਸੀ। ਪਿਆਰ ਤਾਂ ਤੈਨੂੰ ਉਹ ਵੀ ਬੜਾ ਕਰਦੇ ਸੀ, ਔਰ ਉਹ ਆਪਣੇ ਰੂਪ ਚ ਕਰਦੇ ਸਨ। ਤੂੰ ਕੁਝ ਵਿਚਿੱਤਰ ਲੀਲਾ ਕਰਨੀ। ਸੋ ਇਹ ਸਾਰਾ ਬਿਰਤਾਂਤ ਸੰਗਤ ਜੀ ਆਪਾਂ ਸਰਵਣ ਕੀਤਾ ਹੈ। ਇੱਥੇ ਹੀ ਅੱਜ ਦੀ ਸਮਾਪਤੀ ਕਰਦੇ ਹਾਂ। ਕੋਈ ਬੋਲ ਵੱਧ ਘੱਟ ਬੋਲਿਆ ਗਿਆ ਹੋਏ, ਕੋਈ ਪੜ੍ਹਨ ਦੇ ਵਿੱਚ ਗਲਤੀ ਹੋ ਗਈ ਹੋਏ ਤੇ ਆਪ ਜੀ ਨੇ ਖਿਮਾ ਕਰਨੀ। ਗੁਰੂ ਨਾਨਕ ਸਾਹਿਬ ਕਿਰਪਾ ਕਰਨ, ਸਾਡੀ ਹਾਜ਼ਰੀ ਆਪਣੇ ਚਰਨਾਂ ਕਮਲਾਂ ਵਿੱਚ ਲਾਉਣ। ਫਤਿਹ ਅਰਜ਼ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।